अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। आऊज़ु बिल्लाहि मिनश शैतानिर रजीम। बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम। बिस्मिल्लाहिर रहमानिर रहीम। या अय्युहन्नासुत्तकू रब्बकुम इन्न ज़ल्ज़लतस्साअति शैउन अज़ीम। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज दोस्तों, पंजाबी दौरा तर्जुमा कुरान दे हवाले नाल ਇਹ ਸਾਡੀ ਮਜਲਿਸ ਨੰਬਰ 67 ਹੈ। ਯਾਨੀ ਇਸ ਤੋਂ ਪਹਿਲੇ ਸਾਡੀਆਂ 66 ਮਜਲਿਸਾਂ ਹੋ ਚੁੱਕੀਆਂ ਔਰ ਉਹਨਾਂ 66 ਮਜਲਿਸਾਂ ਦੇ ਵਿੱਚ ਅਸੀਂ ਅਲਹਮਦੁਲਿਲਾ ਸੂਰਾ ਫਾਤਿਹਾ ਤੋਂ ਲੈ ਕੇ ਤੇ ਸੂਰਾ ਅੰਬੀਆ ਮੁਕੰਮਲ ਕੀਤੀ ਹੈ। ਯਾਨੀ ਸੂਰਾ ਅੰਬੀਆ ਦੀ ਆਖਰੀ ਆਇਤ ਆਇਤ ਨੰਬਰ 112 ਉਸ ਤੱਕ ਅਸੀਂ ਪੜ੍ਹ ਚੁੱਕੇ ਹਾਂ। ਸੂਰਾ ਅੰਬੀਆ ਤੋਂ ਅੱਗੇ ਆਇਤ ਆ ਜਾਂਦੀ ਹੈ 17ਵੇਂ ਸਿਪਾਰੇ ਦੇ ਵਿੱਚ ਇਸ ਸੂਰਾ ਅੰਬੀਆ ਵਾ, ਤੇ ਉਸ ਤੋਂ ਅਗਲੀ ਸੂਰਤ ਫਿਰ ਹੈਗੀ ਆ ਸੂਰਾ ਹਜ, ਜਿਹੜੀ ਅਸੀਂ ਹੁਣ ਇਨਸ਼ਾਅੱਲਾ ਪੜ੍ਹਨੀ ਹੈ ਆਪਣੀ ਇਸ ਮਜਲਿਸ ਨੰਬਰ 67 ਦੇ ਵਿੱਚ। ਤੇ ਉਹਦੀ ਪਹਿਲੀ ਆਇਤ ਆ ਜਿਹੜੀ ਮੈਂ ਇਸ ਵੇਲੇ ਪੜ੍ਹੀ ਵੀ ਹੈ। ਅੱਛਾ, ਇੱਕ ਹੋਰ ਚੀਜ਼ ਦੋਸਤਾਂ ਨੇ ਯਾਦ ਦਿਲਾਈ ਹੈ ਕਿ ਅਗਰ ਕਿਸੇ ਆਦਮੀ ਨੂੰ ਇਹ ਰਿਕਾਰਡਿੰਗ ਚਾਹੀਦੀ ਹੋਵੇ ਜਾਂ ਇਸ ਤਰ੍ਹਾਂ ਵੀ ਹੋ ਸਕਦਾ ਕਿ ਕਿਉਂਕਿ ਇਹ ਫਿਰ YouTube ਦੇ ਉੱਤੇ ਲੋਡ ਹੋ ਜਾਏਗਾ, ਤੇ YouTube ਦਾ ਜਿਹੜਾ ਲਿੰਕ ਕਿਸੇ ਨੂੰ ਦਰਕਾਰ ਹੋਵੇ ਤੇ ਉਹ ਮੇਰੇ ਨੰਬਰ ਤੇ ਜਿਹੜਾ ਨਾ ਮੇਰਾ ਨੰਬਰ ਜਿਹੜਾ ਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਉਹ ਉੱਤੇ WhatsApp ਦੇ ਜ਼ਰੀਏ ਮੇਰੇ ਕੋਲ ਜਿਹੜਾ ਨਾ ਉਹ ਰਾਬਤਾ ਕਰ ਸਕਦਾ। 0333 631 4487 0333 631 4487 ਇਸ ਨੰਬਰ ਦੇ ਉੱਤੇ ਜਿਹੜਾ ਨਾ ਉਹ ਰਾਬਤਾ ਕਰ ਸਕਦਾ ਜਾਂ ਲਿੰਕ ਮੰਗਵਾ ਵੀ ਸਕਦਾ। ਤੇ ਬਹਰਹਾਲ ਇਹ ਵੀ ਸੀ। ਹੁਣ ਅੱਗੇ ਅਸੀਂ ਇਨਸ਼ਾਅੱਲਾ ਜਿਹੜਾ ਨਾ ਇਹ ਸ਼ੁਰੂ ਕਰਦੇ ਹਾਂ। ਇਹ ਦੋਸਤਾਂ ਦੀ ਤਰਫੋਂ ਕਿਹਾ ਗਿਆ ਸੀ ਜਾਂ ਇਹ ਮਸ਼ਵਰਾ ਹੋਇਆ ਸੀ ਆਇਆ ਕਿ ਇਹ ਦੱਸਿਆ ਜਾਵੇ ਤਾਂ ਕਿ ਜਿਹੜਾ ਨਾ ਉਹ ਫਿਰ ਅਗਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਦੇ ਤੋਂ ਫਾਇਦਾ ਉਠਾ ਸਕੇ। ਸੂਰਾ ਇੱਕ ਹੋਰ ਚੀਜ਼ ਅਹਿਮ ਮੈਂ ਦੱਸ ਦੇਵਾਂ ਜੀ। ਸੂਰਾ ਹਜ ਜਿਹੜੀ ਹੈ ਨਾ ਇਹ ਨਾਜ਼ਲ ਹੋਈ ਹੈ, ਵੈਸੇ ਤੇ ਇੱਥੇ ਲਿਖਿਆ ਹੋਇਆ ਹੈ ਸੂਰਤ ਦਾ ਜਿਹੜਾ ਆਗਾਜ਼ ਹੈ ਨਾ ਉੱਥੇ ਲਿਖਿਆ ਹੋਇਆ ਹੈ ਕਿ ਇਹ ਮਦਨੀ ਸੂਰਤ ਹੈ, ਲੇਕਿਨ ਇਹ ਸਮਝ ਲਓ ਮੈਨੂੰ ਫਿਰ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਕਿਉਂਕਿ ਲੋਕਾਂ ਨੂੰ ਅਕਸਰ ਅਬਹਾਮ ਹੋ ਜਾਂਦਾ। ਦੇਖੋ, ਜਦੋਂ ਤੱਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਔਰ ਸਹਾਬਾ ਦਾ ਦੌਰ ਸੀ ਨਾ ਤੇ ਉਸ ਦੌਰ ਤੱਕ ਕੁਰਾਨ ਜਿਹੜਾ ਨਾ ਉਹਦੇ ਹਵਾਲੇ ਦੇ ਨਾਲ ਉਹਦੀ ਜਿਹੜੀ ਤਕਸੀਮ ਹੈ ਜਾਂ ਉਹਦੀ ਜਿਹੜੀ ਤਰਤੀਬ ਹੈ ਨਾ ਉਹ ਇਹ ਸੀ ਕਿ ਸੂਰਾ ਫਾਤਿਹਾ ਤੋਂ ਸ਼ੁਰੂ ਹੁੰਦਾ ਸੀ ਔਰ ਸੂਰਾ ਨਾਸ ਤੇ ਜਾ ਕੇ ਮੁਕੰਮਲ ਹੁੰਦਾ ਸੀ।
ਜਿੱਦਾਂ ਇਸ ਵੇਲੇ ਸਾਡੇ ਕੋਲ ਹੈਗਾ। ਅੱਛਾ, ਫਿਰ ਇਹ ਆ ਕਿ ਜਿਹੜੀਆਂ ਆਇਤਾਂ ਵਾ, ਮਸਲਨ ਇਹ ਆ ਕਿ ਇੱਥੋਂ ਸ਼ੁਰੂ ਹੋਈ ਆ, ਇੱਥੇ ਜਾ ਕੇ ਆਇਤ ਮੁਕੰਮਲ ਹੁੰਦੀ ਹੈ। ਇਹ ਵੀ ਨਬੀ ਸੱਲੱਲਾਹੁ ਅਲੈहि ਵਸੱਲਮ ਔਰ ਸਹਾਬਾ ਕਰਾਮ ਰਜ਼ਵਾනුल्लाह ਤਾਲਾ अलैहिम अजमईन ਦੇ ਦੌਰ ਦੇ ਵਿੱਚ ਇਹ ਹੈ ਸੀਗਾ। ਅੱਛਾ, ਫਿਰ ਜਿਹੜਾ ਨਾ ਉਹ ਸੂਰਤਾਂ, ਇਹ ਸੂਰਤਾਂ ਵੀ ਇੱਕ ਅਹਿਮ ਮਸਲਾ ਨਾ ਕਿ ਕਿੱਥੋਂ ਸੂਰਤ ਸ਼ੁਰੂ ਹੁੰਦੀ ਆ ਔਰ ਕਿੱਥੇ ਜਾ ਕੇ ਸੂਰਤ ਮੁੱਕ ਜਾਂਦੀ ਆ, ਫਿਰ ਦੂਸਰੀ ਸੂਰਤ ਸ਼ੁਰੂ ਹੁੰਦੀ ਆ, ਫਿਰ ਤੀਸਰੀ ਸ਼ੁਰੂ ਹੁੰਦੀ ਆ। ਇਹ ਵੀ ਜਿਹੜਾ ਨਾ ਇਹ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਹੀ ਇਹ ਦੱਸਿਆ ਹੋਇਆ ਹੈ ਔਰ ਸਹਾਬਾ ਕਰਾਮ ਰਜ਼ਵਾනුल्लाह ਤਾਲਾ अलैहिम अजमईन ਦੇ ਦੌਰ 'ਚ ਇਹ ਹੈ ਸੀਗਾ। ਅੱਛਾ, ਇਸ ਤੋਂ ਬਾਅਦ ਇੱਕ ਤਕਸੀਮ ਹੋਰ ਮਿਲਦੀ ਹੈ, ਉਹ ਹੈਗੀ ਆ ਕੁਰਾਨ ਕਰੀਮ ਦੇ ਵਿੱਚ ਮੰਜ਼ਲਾਂ ਦੀ ਤਕਸੀਮ। ਇਹ ਵੀ ਸਹਾਬਾ ਕਰਾਮ ਰਜ਼ਵਾනුल्लाह ਤਾਲਾ अलैहिम अजमईन ਦੇ ਦੌਰ ਦੇ ਵਿੱਚ ਮਿਲਦੀ ਸੀ, ਕਿਉਂਕਿ ਸਹਾਬਾ ਕਰਾਮ ਰਜ਼ਵਾनुल्लाह ਤਾਲਾ अलैहिम अजमईन ਜਿਹੜਾ ਨਾ ਉਹ ਇਹ 7 ਮੰਜ਼ਲਾਂ ਵਾ ਤੋਂ ਬਿਲਅਮੂਮ ਫਿਰ ਹਫਤੇ ਦੇ 7 ਦਿਨ ਹੁੰਦੇ ਆ, ਤੇ ਉਹਦੇ ਵਿੱਚ ਮਤਲਬ ਇੱਕ ਰੂਟੀਨ ਬਣਾਉਣ ਵਾਸਤੇ ਕਿ ਇਹਦੇ ਵਿੱਚ ਪੂਰਾ ਕੁਰਾਨ ਹੋ ਜਾਵੇ, ਇਸ ਤਰ੍ਹਾਂ ਜਿਹੜਾ ਨਾ ਉਹ ਇਹ ਤਕਸੀਮ ਵੀ ਮਿਲਦੀ ਹੈ। ਹੁਣ ਇਸ ਤੋਂ ਅੱਗੇ ਜਿਹੜੀ ਤਕਸੀਮ ਹੈ ਨਾ ਉਹ ਰਹਿ ਗਈ ਹੈ ਕਿ ਇਹ ਸਿਪਾਰਿਆਂ ਦੀ ਤਕਸੀਮ ਕਿੱਦਾਂ ਹੋਈ ਆ, 30 ਸਿਪਾਰੇ, ਔਰ ਇਸੇ ਤਰੀਕੇ ਨਾਲ ਇਹ ਰਕੂਆਂ ਦੀ ਤਕਸੀਮ ਕਿੱਦਾਂ ਹੋਈ ਕਿ ਇੱਥੋਂ ਲਾ ਕੇ ਇੱਥੋਂ ਤੱਕ ਇੱਕ ਰਕੂ ਆ ਹੈ। ਫਿਰ ਇਸੇ ਤਰੀਕੇ ਨਾਲ ਕੁਰਾਨ ਦੇ ਉੱਤੇ ਜਿਹੜੇ ਆਰਾਬ ਲੱਗੇ ਆ, ਜ਼ਬਰਾਂ ਜ਼ੇਰਾਂ ਪੇਸ਼ਾਂ ਹੈ, ਇਹ ਸਾਰੀਆਂ ਇਹ ਕਿਹਨੇ ਲਾਈਆਂ, ਇਹ ਕਦੋਂ ਲੱਗੀਆਂ? ਤੇ ਇਹ ਗੱਲ ਸਮਝ ਲਓ ਕਿ ਇਹ ਚੀਜ਼ਾਂ ਉਹ ਆ ਜਿਹੜੀਆਂ ਬਾਅਦ ਦੇ ਜ਼ਮਾਨੇ ਵਿੱਚ ਜਿਹੜਾ ਨਾ ਉਹ ਇਹ ਚੀਜ਼ਾਂ ਜਿਹੜੀਆਂ ਨਾ ਹੋਈਆਂ। ਹੁਣ ਇਹਨਾਂ ਦੀ ਹਕਮਤ ਨਜ਼ਰ ਆਉਂਦੀ ਹੈ ਕਿ ਕਿਉਂਕਿ ਉਸ ਜ਼ਮਾਨੇ ਨਮਾਜ਼ਾਂ ਦੇ ਵਿੱਚ ਹੌਲੀ ਹੌਲੀ ਫਿਰ ਜ਼ਾਹਰਾ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ 'ਚ ਨਬੀਆਂ ਕੁਰਾਨ ਦੇ ਵਿੱਚ ਤੇ ਸਹਾਬਾ ਦੇ ਦੌਰ 'ਚ ਲੰਮਾ ਪੜ੍ਹਿਆ ਜਾਂਦਾ ਸੀਗਾ, ਫਿਰ ਹੌਲੀ ਹੌਲੀ ਛੋਟਾ ਪੜ੍ਹਨ ਲੱਗ ਪਿਆ ਤੇ ਕਿਸੇ ਫਿਰ ਜ਼ਾਹਰਾ ਕਰਕੇ ਉਲਮਾ ਹੀ ਫਿਰ ਉਹ ਜਿਹੜੇ ਉਹਨਾਂ ਨੇ ਕਿਹਾ ਚਲੋ ਯਾਰ ਇੱਦਾਂ ਤਕਸੀਮ ਕਰ ਦੇਵੋ ਕਿ ਜਿਹੜਾ ਮਜ਼ਮੂਨ ਹੈ ਉਹ ਰਕੂ ਦੇ ਵਿੱਚ ਜਿੱਦਾਂ ਜ਼ਾਹਰ ਹੈ ਇਹਦੇ ਵਿੱਚ ਅੱਲਾਹ ਤਾਲਾ ਨੇ ਕਲਾਮ ਕੀਤਾ ਹੈ ਨਾ, ਤਾਂ ਕਿ ਗੱਲ ਜਿਹੜੀ ਹੈ ਨਾ ਉਹ ਪਿੱਛੇ ਸੁਣਨ ਵਾਲਿਆਂ ਨੂੰ ਕੋਈ ਮੌਜ਼ੂ ਜਿਹੜਾ ਨਾ ਉਹ ਸਮਝ ਆ ਜਾਵੇ, ਇਸ ਵਾਸਤੇ ਰਕੂਆਂ ਦੀ ਤਕਸੀਮ ਕਰ ਲਈ ਗਈ। ਯਾਨੀ ਇੱਕ ਰਕੂ ਦੇ ਵਿੱਚ ਕੋਈ ਇੱਕ ਗੱਲ ਤਾਂ ਕਮ ਅਜ਼ ਕਮ ਪਿੱਛੇ ਸੁਣਨ ਵਾਲਿਆਂ ਦੇ ਪੱਲੇ ਪਵੇ ਨਾ। ਅੱਛਾ, ਇਹ ਤਕਸੀਮ ਹੋ ਗਈ। ਇਸੇ ਤਰੀਕੇ ਨਾਲ ਮੇਰਾ ਖਿਆਲ ਇਹ ਆ ਕਿ ਫਿਰ ਹੌਲੀ ਹੌਲੀ ਕਿਉਂਕਿ ਸਹਾਬਾ ਕਰਾਮ ਤਾਂ ਚਲੋ 7 ਦਿਨਾਂ 'ਚ ਕਰਦੇ ਸੀਗੇ ਤੇ ਫਿਰ 30 ਦਿਨਾਂ 'ਚ ਕਰਨ ਵਾਲੇ ਆ ਗਏ ਹੋਣਾ, ਤਾਂ ਕਿਸੇ ਫਿਰ ਇੱਦਾਂ ਹੀ ਕਿਸੇ ਨੇ ਜਿਹੜੇ ਵੀ ਆਲਮ ਨੇ ਜਾਂ ਜਿਹਨੇ ਵੀ ਕੀਤੀ, ਫਿਰ ਉਹਨੇ ਇਹ 30 ਜਿਹੜਾ ਨਾ ਉਹ ਸਿਪਾਰਿਆਂ 'ਚ ਤਕਸੀਮ ਕਰ ਦਿੱਤੀ। ਕਿਉਂਕਿ ਉਸ ਵੇਲੇ ਮੁਸਲਮਾਨਾਂ ਦੀ ਹਕੂਮਤ ਹੁੰਦੀ ਸੀਗੀ, ਮੁਸਲਮਾਨਾਂ ਦੀ ਹਕੂਮਤ ਬੜੀ ਲੰਮੀ ਰਹੀ ਹੈ ਨਾ, 1924 ਤੱਕ ਮੁਸਲਮਾਨਾਂ ਦੀ ਹਕੂਮਤ ਰਹੀ ਹੈ ਜਿਹੜੀ ਨਬੀ ਸੱਲੱਲਾਹੁ ਅਲੈहि ਵਸੱਲਮ ਤੋਂ ਸ਼ੁਰੂ ਹੋਈ ਸੀ। ਤੇ ਉਹ ਫਿਰ ਜ਼ਾਹਰ ਹੈ ਜਿਹੜੀ ਚੀਜ਼ ਨੂੰ ਹਕੂਮਤ ਨੇ ਕਬੂਲ ਕਰ ਲਿਆ ਉਹ ਫਿਰ ਆਵਾਮ ਵੀ ਕਬੂਲ ਕਰ ਲੈਂਦੇ ਆ, ਆਵਾਮ 'ਚ ਉਹੀ ਚੱਲਦੀ ਆ, ਭਾਵੇਂ ਕਿਸੇ ਦਾ ਇਖਤਲਾਫ ਹੋਵੇ, ਭਾਵੇਂ ਕਿਸੇ ਦਾ ਰਕੂਆਂ ਨਾਲ ਇਖਤਲਾਫ ਹੋ ਕੇ ਜੀ ਰਕੂ ਸਹੀ ਨਹੀਂ ਹੋਇਆ, ਇਹ ਇੱਥੇ ਜਾ ਕੇ ਗੱਲ ਮੁੱਕਦੀ ਸੀ, ਇੱਥੋਂ ਸ਼ੁਰੂ ਹੁੰਦੀ ਸੀ, ਜਾਂ ਸਿਪਾਰਿਆਂ ਦੀ ਤਕਸੀਮ ਦੇ ਹਵਾਲੇ ਨਾਲ ਕੋਈ ਇਖਤਲਾਫ ਹੋਵੇ, ਬਸ ਉਹ ਜਿਹੜੇ ਹੁਕਮਰਾਨ ਸੀ ਉਹਨਾਂ ਨੇ ਕਬੂਲ ਕਰ ਲਈ, ਕਿਸੇ ਆਲਮ ਤੇ ਇਤਮਾਦ ਕੀਤਾ ਜਾਂ ਕੁਛ ਉਲਮਾ ਤੇ ਇਤਮਾਦ ਕੀਤਾ, ਉਹਨਾਂ ਦਾ ਫਿਰ ਜਿਹੜਾ ਸੀ ਉਹ ਨਾਫਜ਼ ਹੋ ਗਿਆ। ਇਸੇ ਤਰ੍ਹਾਂ ਕੁਰਾਨ ਦੀਆਂ ਜ਼ਬਰਾਂ ਜ਼ੇਰਾਂ ਜਿਹੜੀਆਂ ਇਹ ਤਾਂ ਬਹੁਤ ਮਸ਼ਹੂਰ ਹੈ ਕਿ ਹੱਜਾਜ ਬਿਨ ਯੂਸਫ ਉਹਨੇ ਲਗਵਾਈਆਂ ਸੀਗੀਆਂ। ਤੇ ਇਹ ਯਾਨੀ ਇਹ ਚੀਜ਼ਾਂ ਜਿਹੜੀਆਂ ਨਾ ਬਾਅਦ ਦੇ ਜ਼ਮਾਨੇ ਦੀਆਂ ਵਾ,
ਇਹ ਕੋਈ ਇੱਦਾਂ ਨਹੀਂ ਹੈਗੀਆਂ। ਸਾਡੇ ਆਮ ਤੌਰ ਦੇ ਉੱਤੇ ਜਿਸ ਵੇਲੇ ਮੈਂ ਇੱਕ ਮਜਲਿਸ ਦੇ ਵਿੱਚ ਗਿਆ ਕਿ ਉੱਥੇ ਅਜ਼ਮਤ ਕੁਰਾਨ ਦੇ ਉੱਤੇ ਗੱਲ ਕਰਨੀ ਸੀ, ਉਹ ਜਿਹੜੇ ਸਾਹਿਬ ਅਜ਼ਮਤ ਕੁਰਾਨ ਤੇ ਗੱਲ ਕਰ ਰਿਹਾ ਸੀ, 11 ਮੌਲਵੀ ਸੀਗੇ, ਤੇ ਉਹਨਾਂ ਨੇ ਅਜ਼ਮਤ ਕੁਰਾਨ ਤੇ ਜਿਹੜੀ ਗੱਲ ਕੀਤੀ, ਉਹਦਾ ਅਜ਼ਮਤ ਕੁਰਾਨ ਨਾਲ ਕੋਈ ਤਲਕ ਹੀ ਨਹੀਂ ਸੀਗਾ। ਯਾਨੀ ਬਸ ਇਹੋ ਹੀ ਦੇਖੋ ਜੀ, ਇਹ ਜ਼ੇਰ ਵੀ ਨਹੀਂ ਬਦਲੀ ਤੇ ਪੇਸ਼ ਵੀ ਨਹੀਂ ਬਦਲੀ, ਤੇ ਉੱਤੋਂ ਜ਼ੇਰ ਜ਼ਬਰ ਸਭ ਉੱਤੋਂ ਹੀ ਅੱਲਾ ਦੀ ਤਰਫੋਂ ਨਾਜ਼ਲ ਹੁੰਦੀ ਹੈ। ਅਗਰ ਅੱਲਾ ਦੀ ਤਰਫੋਂ ਇੱਦਾਂ ਆਈ ਹੁੰਦੀ ਤੇ ਉਹ ਨਾਲ ਲਿਖੀ ਹੁੰਦੀ, ਠੀਕ ਹੈ ਨਾ। ਫਿਰ ਹਜਾਜ ਬਿਨ ਯੂਸਫ ਨੂੰ ਤੇ ਕਰਨ ਦੀ ਜ਼ਰੂਰਤ ਨਹੀਂ ਸੀ, ਅਰਬਾਂ ਨੂੰ ਇਹਦੀ ਜ਼ਰੂਰਤ ਹੀ ਨਹੀਂ ਸੀਗੀ, ਇਹ ਅਜਮੀਆਂ ਨੂੰ ਜ਼ਰੂਰਤ ਸੀ ਪੇਸ਼ਾਂ ਜ਼ਬਰਾਂ ਦੀ। ਜਿੱਦਾਂ ਅਸੀਂ ਉਰਦੂ ਦੇ ਉੱਤੇ ਕੋਈ ਪੇਸ਼ਾਂ ਜ਼ਬਰਾਂ ਨਾਲ ਪੜ੍ਹਦੇ ਹਾਂ, ਵੈਸੇ ਹੀ ਪੜ੍ਹਦੇ ਹਾਂ। ਬਹਰਹਾਲ ਮੈਂ ਇੱਕ ਗੱਲ ਸਿਰਫ ਜਿਹੜਾ ਨਾ ਉਹ ਕਰ ਰਿਹਾ ਵਾਂ। ਇਸੇ ਤਰ੍ਹਾਂ ਇਮਾਮ ਹਮੀਦੁੱਦੀਨ ਫਰਾਹੀ ਰਹਿਮਤੁल्लाह अलैह ਨੇ ਵੀ ਕੁਰਾਨ ਨੂੰ ਸੱਤਾਂ ਉਹ ਜਿੱਦਾਂ 7 ਮੰਜ਼ਲਾਂ ਨਾ, ਇਹਨਾਂ ਨੇ ਵੀ ਕੁਰਾਨ ਨੂੰ ਸਮਝ ਲਓ ਕਿ ਇਹ 7 ਮੰਜ਼ਲਾਂ 'ਚ ਤਕਸੀਮ ਕੀਤਾ, ਪਰ ਇਹਨਾਂ ਨੇ ਕੀਤਾ ਕਿਸੇ ਆਪਣੇ ਹਿਸਾਬ ਨਾਲ। ਇਮਾਮ ਹਮੀਦੁੱਦੀਨ ਫਰਾਹੀ ਰਹਿਮਤੁल्लाह अलैह ਔਰ ਉਹਨਾਂ ਦੇ ਸ਼ਾਗਿਰਦ ਫਿਰ ਅੱਗੇ ਆ ਪਾਕਿਸਤਾਨ 'ਚ ਰਹੇ ਆ ਅਮੀਨ ਅਹਿਮਦ ਇਸਲਾਹੀ ਸਾਹਿਬ, ਠੀਕ ਹੈ, ਜਿਨ੍ਹਾਂ ਨੇ ਤਦੱਬਰ ਕੁਰਾਨ ਤਫਸੀਰ ਵੀ ਲਿਖੀ ਹੈ। ਬਹਰਹਾਲ ਉਹ ਬੜਾ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਪੜ੍ਹਨ ਦੇ ਵਾਸਤੇ ਨਹੀਂ ਕੀਤੀ ਤਕਸੀਮ ਵੀ 7 ਦਿਨਾਂ 'ਚ ਪੜ੍ਹਨਾ, ਬਲਕਿ ਉਹਨਾਂ ਨੇ ਇਹਦੇ ਜਿਹੜੇ ਮਜ਼ਾਮੀਨ ਆ ਨਾ, ਇਹਨਾਂ ਨੂੰ ਸਮਝਣ ਦੇ ਹਵਾਲੇ ਨਾਲ 7 'ਚ ਤਕਸੀਮ ਕੀਤੀ ਹੈ। ਬਹਰਹਾਲ ਉਹਦਾ ਵੀ ਮੈਂ ਜ਼ਿਕਰ ਕਰਦਾ ਰਹਿਣਾ। ਔਰ ਇਸ ਵੇਲੇ ਅਸੀਂ ਉਹ ਤੀਸਰੇ ਗਰੁੱਪ ਕਹਿ ਲਓ ਜਾਂ ਤੀਸਰੀ ਮੰਜ਼ਲ ਕਹਿ ਲਓ ਜਿਹੜੀ ਉਹਨਾਂ ਨੇ ਬਣਾਈ ਹੈ ਨਾ, ਬਲਕਿ ਉਹ ਗਰੁੱਪ ਕਹਿੰਦੇ ਆ, ਤੀਸਰਾ ਗਰੁੱਪ ਜਿਹੜਾ ਨਾ ਉਹਦੇ 'ਚ ਅਸੀਂ ਚੱਲ ਰਹੇ ਹਾਂ। 2 ਗਰੁੱਪ ਜਿਹੜੇ ਆ ਨਾ ਉਹ ਪਹਿਲੇ ਮੁਕੰਮਲ ਹੋ ਚੁੱਕੇ, ਫਿਰ ਤੀਸਰਾ ਸ਼ੁਰੂ ਹੋਇਆ, ਔਰ ਤੀਸਰਾ ਕਾਫੀ ਲੰਬਾ ਗਰੁੱਪ ਆ, ਇਹ ਚੱਲ ਰਿਹਾ ਵਾ। ਬਹਰਹਾਲ ਜਿਹੜਾ ਨਾ ਉਹ ਇਹਦੇ ਵਿੱਚ ਜਿਹੜੀ ਮਤਲਬ ਇਹ ਹੈ ਕਿ ਦੱਸਣ ਵਾਲੀ ਗੱਲ ਹੈ ਸੀ ਨਾ, ਉਹ ਇਹ ਸੀਗੀ ਕਿ ਇਹ ਜਿਹੜਾ ਮਤਲਬ ਇਹ ਹੈ ਕਿ ਇਹ ਸੂਰਤ ਮੱਕੀ ਹੈ ਤੇ ਇਹ ਸੂਰਤ ਮਦਨੀ ਹੈ। ਇਹ ਵੀ ਬਾਅਦ ਦੇ ਜਿਹੜੇ ਮਤਲਬ ਹੈ ਕਿ ਉਲਮਾ ਨਾ, ਉਹਨਾਂ ਨੇ ਗੌਰ ਫਿਕਰ ਕਰਕੇ ਜਾਂ ਮਤਲਬ ਹੈ ਕਿ ਉਹਨਾਂ ਦੇ ਜਿਹੜੀ ਸਮਝ ਆਈ ਉਹਦੇ ਮੁਤਾਬਕ ਉਹਨਾਂ ਨੇ ਇਹ ਲਿਖ ਦਿੱਤਾ। ਔਰ ਚੂੰਕਿ ਫਿਰ ਜਿਹੜੀ ਉਸ ਜ਼ਮਾਨੇ ਦੀ ਹਕੂਮਤ ਸੀ ਉਹਨੇ ਉਹਨੂੰ ਕਬੂਲ ਕਰ ਲਿਆ, ਤੇ ਉਹ ਫਿਰ ਚੱਲਿਆ ਜਾ ਰਿਹਾ ਕਿ ਇਹ ਸੂਰਤ ਮੱਕੀ ਹੈ, ਇਹ ਸੂਰਤ ਮਦਨੀ ਹੈ। ਇਹ ਕੁਛ ਮਤਲਬ ਹੈ ਕਿ ਉੱਥੋਂ ਅਰਸ਼ਾਂ ਤੋਂ ਲਿਖਿਆ ਹੋਇਆ ਨਹੀਂ ਆਇਆ ਨਾ, ਇਹ ਅੱਗੇ ਜਿਹੜਾ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਲਿਖ ਕੇ ਦਿੱਤਾ, ਠੀਕ ਹੈ ਨਾ। ਇਹ ਚੀਜ਼ ਜਿਹੜੀ ਆ, ਅਗਰ ਇਹਦੇ ਵਿੱਚ ਫਿਰ ਬਾਅਦ ਦੇ 'ਚ ਜਾਂ ਉਸ ਜ਼ਮਾਨੇ 'ਚ ਵੀ ਹੋ ਸਕਦਾ ਇਖਤਲਾਫ ਕਰਨ ਵਾਲੇ ਹੋਣਗੇ ਹੀ ਦੂਸਰੇ ਕਿ ਬਈ ਨਹੀਂ, ਇਹ ਤੁਸੀਂ ਜਿਹਨੂੰ ਮੱਕੀ ਕਹਿ ਰਹੇ ਹੋ ਇਹ ਮੱਕੀ ਨਹੀਂ ਹੈਗੀ, ਔਰ ਜਿਹਨੂੰ ਤੁਸੀਂ ਮਦਨੀ ਕਹਿ ਰਹੇ ਹੋ ਮਦਨੀ ਨਹੀਂ ਹੈਗੀ। ਅਸਲ ਦੇ ਵਿੱਚ ਇਹ ਫਿਰ ਉਹਦੇ ਜਿਹੜੇ ਮਜ਼ਮੂਨ ਆ ਨਾ, ਉਹਨਾਂ ਨੂੰ ਪੜ੍ਹ ਕੇ ਤੇ ਉਹਦੇ 'ਚ ਗੌਰ ਕਰਕੇ ਫਿਰ ਉਹਦਾ ਤਅਯਨ ਹੋਇਆ ਵੀ ਇਹ ਜਿਹੜੀ ਨਾ ਇਹ ਕਿੱਥੇ ਕੁ ਨਾਜ਼ਲ ਹੋਈ ਹੈ, ਜ਼ਮਾਨਾ ਇਹਦਾ ਕਿਹੜਾ ਸੀ, ਨਜ਼ੂਲ ਹਿਜਰਤ ਤੋਂ ਪਹਿਲੇ ਨਾਜ਼ਲ ਹੋਈ ਹੈ, ਹਿਜਰਤ ਤੋਂ ਬਾਅਦ ਹੋਈ ਹੈ। ਇਹ ਮੈਨੂੰ ਇੰਨੀ ਤਕਰੀਰ ਇਸ ਵਾਸਤੇ ਕਰਨੀ ਪਈ ਹੈ ਕਿ ਬਹੁਤ ਸਾਰੇ ਉਲਮਾ ਜਿਹੜੇ ਆ ਨਾ, ਇਹ ਕਈ ਵਿੱਚ ਸੂਰਤਾਂ ਹੈਗੀਆਂ ਜਿਨ੍ਹਾਂ ਨਾਲ ਇਖਤਲਾਫ ਕਰਦੇ ਆ। ਲਿਖਿਆ ਮਦਨੀ ਹੁੰਦਾ, ਉਹ ਕਹਿੰਦਾ ਨਹੀਂ ਇਹ ਮੱਕੀ ਆ, ਜਾਂ ਮੱਕੀ ਲਿਖਿਆ ਹੋਏਗਾ ਤਾਂ ਉਹ ਕਹਿੰਦੇ ਆ ਨਹੀਂ ਇਹ ਮਦਨੀ ਹੈ। ਇਹ ਸੂਰਤ ਜਿਹੜੀ ਹੈ ਨਾ, ਸੂਰਾ ਹਜ ਜਿਹੜੀ ਅਸੀਂ ਪੜ੍ਹਨ ਲੱਗੇ ਹਾਂ, ਇਹਦੇ ਬਾਰੇ ਵਿੱਚ ਵੀ ਜਿਹੜਾ ਨਾ ਉਹ ਇਹ ਚੀਜ਼ ਕਾਫੀ ਮਤਲਬ ਹੈ, ਤੁਸੀਂ ਸਮਝ ਲਓ ਕਿ ਜ਼ਾਹਿਰ ਹੈ ਹੁਣ ਕੁਰਾਨ ਤੇ ਲਿਖੀ ਤਾਂ ਬਦਲਣੀ ਨਹੀਂ, ਇਹ ਤਾਂ ਚੱਲੇਗੀ ਇੱਦਾਂ ਹੀ, ਕਿਉਂਕਿ ਸਦੀਆਂ ਤੋਂ ਚੱਲੀ ਆ ਰਹੀ ਨਾ। ਨਾਲੇ ਕਿਸੇ ਦੇ ਕਹਿਣ ਤੇ ਅਗਰ ਤੇ ਹਕੂਮਤ ਫੈਸਲਾ ਕਰੇ ਫਿਰ ਹੋਰ ਗੱਲ ਹੈ, ਹਕੂਮਤ ਇੱਦਾਂ ਦੇ ਕੰਮ ਨਹੀਂ ਕਰ ਸਕਦੀ ਹੈਂ, ਤੇ ਉਹ ਹਕੂਮਤ ਛੇੜਦੀ ਨਹੀਂ ਵੀ ਐਵੇਂ ਲੋਕ ਜਿਹੜੇ ਆ ਉਹਨਾਂ ਕੋਈ ਨਵਾਂ ਹੋਰ ਮਸਲਾ ਖੜਾ ਹੋ ਜਾਏਗਾ। ਅਲਬੱਤਾ ਇਹ ਹੈ ਕਿ ਇਹਦੇ ਬਾਰੇ ਇਹ ਚੀਜ਼ ਜਿਹੜੀ ਹੈ ਨਾ ਉਹ ਹੈ ਕਿ ਇਹ ਸੂਰਤ
ਮੱਕੀ ਹੈ, ਇਹ ਸੂਰਤ ਮਦਨੀ ਨਹੀਂ ਹੈਗੀ। ਔਰ ਨਾਜ਼ਲ ਵੀ ਇਹ ਆਖਰੀ ਜ਼ਮਾਨੇ 'ਚ ਹੋ ਰਹੀ ਆ, ਬਲਕਿ ਇਹਦੀਆਂ ਕੁਛ ਆਇਤਾਂ ਉਹ ਆ ਜਿਹੜੀਆਂ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਮੱਕੇ ਤੋਂ ਹਿਜਰਤ ਕਰ ਰਿਹਾ ਸੀ ਮਦੀਨੇ, ਤੇ ਉਹ ਹਿਜਰਤ ਦੇ 3 ਦਿਨ ਤੇ ਗਾਰੇ ਸੌਰ 'ਚ ਰਹੇ। ਇੱਦਾਂ ਥੋੜ੍ਹੀ ਆ ਕਿ ਇੱਧਰੋਂ ਮੱਕੇ 'ਚੋਂ ਨਿਕਲੇ ਤੇ ਉੱਧਰ ਮਦੀਨੇ ਪਹੁੰਚ ਗਏ, ਕੋਈ ਹੈਲੀਕਾਪਟਰ ਤੇ ਬੈਠੇ, ਜਹਾਜ਼ ਤੇ ਬੈਠੇ 2 ਘੰਟੇ ਬਾਅਦ ਪਹੁੰਚ ਗਏ। 3 ਦਿਨ ਤੇ ਗਾਰੇ ਸੌਰ 'ਚ ਹੀ ਰਹੇ ਆ, ਹਿਸਾਬ ਲਾਓ ਨਾ। ਬਾਕੀ ਕਿੰਨੇ ਦਿਨ ਲੱਗੇ ਹੋਣਗੇ। ਫਿਰ ਵਲ ਵਲਾ ਕੇ ਜਾਣਾ ਸੀਗਾ, ਸਿੱਧੇ ਰਾਹ ਤੇ ਨਹੀਂ ਗਏ ਸੀਗੇ, ਵਲ ਵਲਾ ਕੇ ਗਏ ਸੀਗੇ ਤਾਂ ਕਿ ਜਿਹੜਾ ਨਾ ਉਹ ਕੋਈ ਦੁਸ਼ਮਣ ਫੜ ਨਾ ਸਕੇ। ਤੇ ਦਿਨ ਲੱਗੇ ਸੀਗੇ ਜੋ ਉੱਥੇ ਪਹੁੰਚਦੇ ਆ, ਐਵੇਂ ਨਹੀਂ ਹੋਇਆ ਕੋਈ ਕਾਹਲ ਨਾਲ ਪਹੁੰਚ ਗਿਆ। ਤੇ ਉਹ ਰਸਤੇ ਵਿੱਚ ਵੀ ਵਹੀ ਨਾਜ਼ਲ ਹੁੰਦੀ ਰਹੀ ਆ। ਔਰ ਇਹਦੇ ਅੰਦਰ ਜਿਹੜਾ ਮਜ਼ਮੂਨ ਆ ਉਹ ਵੀ ਦੱਸਦਾ ਵੀ ਇਹ ਜਿਹੜਾ ਨਾ ਇਹ ਸੂਰਾ ਬਕਰਾ ਤੋਂ ਪਹਿਲੇ ਨਾਜ਼ਲ ਹੋਈ ਆ, ਔਰ ਇਹ ਹਿਜਰਤ ਤੋਂ ਪਹਿਲੇ ਨਾਜ਼ਲ ਹੋਈ। ਅਲਬત્ਤਾ ਕੁਛ ਆਇਤਾਂ ਜਿਹੜੀਆਂ ਉਹਨਾਂ ਬਾਰੇ 'ਚ ਇਹ ਲੱਗਦਾ ਕਿ ਉਹ ਉਸ ਸਫ਼ਰ ਦੇ ਦੌਰਾਨ ਨਾਜ਼ਲ ਹੋਈਆਂ। ਬਸ ਇਹ ਇੰਨੀ ਕੁ ਗੱਲ ਮੈਂ ਦੱਸਣੀ ਸੀ, ਤੇ ਹੁਣ ਇਹਨੂੰ ਆਪਾਂ ਪੜ੍ਹ ਲੈਂਦੇ ਹਾਂ। ਫਰਮਾਇਆ, ਯਾ ਅਯੁਹन्नास ਤਕੂ ਰੱਬਕੁਮ, ਲੋਗੋ ਆਪਣੇ ਰੱਬ ਦਾ ਤਕਵਾ ਇਖਤਿਆਰ ਕਰੋ, ਆਪਣੇ ਰੱਬ ਤੋਂ ਡਰ ਡਰ ਕੇ ਜ਼ਿੰਦਗੀ ਗੁਜ਼ਾਰੋ। ਜੀ ਡਰ ਡਰ ਕੇ ਮੁਰਾਦ ਇਹ ਆ ਕਿ ਉਹਦੀ ਨਾਫਰਮਾਨੀ ਤੋਂ ਬਚ ਬਚ ਕੇ ਜ਼ਿੰਦਗੀ ਗੁਜ਼ਾਰੋ, ਫਰਮਾਂ ਬਰਦਾਰੀ ਕਰਕੇ ਜ਼ਿੰਦਗੀ ਗੁਜ਼ਾਰੋ। ਕਿਉਂ? ਇਨ ਜ਼ਲਜ਼ਲਾ ਤਸਾਅਤ ਸ਼ੈਅਨ ਅਜ਼ੀਮ, ਉਹ ਜਿਹੜਾ ਕਿਆਮਤ ਦਾ ਜ਼ਲਜ਼ਲਾ ਹੈ ਉਹ ਕੋਈ ਛੋਟੀ ਮੋਟੀ ਚੀਜ਼ ਨਹੀਂ, ਬਹੁਤ ਵੱਡੀ ਚੀਜ਼ ਹੈ। ਯੌਮਾ ਤਰੌਨਹਾ ਤਜ਼ਹਲੁ ਕੁੱਲੁ ਮੁਰदियतिन अम्मा अरज़अत, ਜਿਸ ਦਿਨ ਤੁਸੀਂ ਦੇਖੋਗੇ ਕਿ ਹਰ दूध ਪਿਲਾਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਤੋਂ ਜਿਹੜਾ ਉਹ ਗਾਫਲ ਹੋ ਜਾਏਗੀ, ਭੁੱਲ ਜਾਏਗੀ ਉਹਨੂੰ। ਯਾਨੀ ਜਦੋਂ ਕਿਤੇ ਬਹੁਤ ਬੜਾ ਸਦਮਾ ਹੁੰਦਾ ਨਾ, ਇਨਸਾਨ ਕਹਿੰਦਾ ਹਵਾਸ ਬਾਖਤਾ ਹੋ ਗਿਆ, ਉਹ ਤੋਂ ਬਾਅਦ ਉਹ ਦਿਮਾਗ ਇਨਸਾਨ ਦਾ ਜਿਹੜਾ ਨਾ ਉਹ ਚਕਰਾ ਜਾਂਦਾ ਹੈ। ਉਹਨੂੰ ਆਪਣੇ ਇਰਦ ਗਿਰਦ ਮਾਹੌਲ ਦਾ ਔਰ ਮੈਂ ਕਿੱਥੇ ਆ, ਕੀ ਹੋ ਰਿਹਾ, ਉਹਨੂੰ ਉਸ ਸਦਮੇ ਦੀ ਵਜ੍ਹਾ ਤੋਂ ਜਿਹੜਾ ਨਾ ਉਹ ਸਮਝ ਨਹੀਂ ਆ ਰਿਹਾ ਹੁੰਦਾ। ਤੇ ਫਿਰ ਕਿਆਮਤ ਦਾ ਸਦਮਾ ਇਹ ਤੇ ਹੁਣ ਇਸ ਤੋਂ ਦੱਸਿਆ, ਦੁੱਧ ਪੀਂਦਾ ਬੱਚਾ ਜਿਹੜਾ ਨਾ ਉਹ ਬਹੁਤ, ਇਹ ਸਮਝ ਲਓ ਕਿ ਮਾਂ ਜਿਹੜੀ ਆ ਨਾ ਉਹਦੇ ਬਾਰੇ 'ਚ ਬਹੁਤ ਹਸਾਸ ਹੁੰਦੀ ਹੈ, ਸੈਂਸਿਟਿਵ ਹੁੰਦੀ ਹੈ। ਲੇਕਿਨ ਜਿਹੜੀ ਦੁੱਧ ਪਿਲਾ ਰਹੀ ਹੋਏਗੀ ਨਾ, ਤੇ ਅਚਾਨਕ, ਜਿੱਦਾਂ ਅੱਲਾ ਕਹਿੰਦਾ ਕਿਆਮਤ ਤੇ ਆਉਣੀ ਅਚਾਨਕ ਜਦੋਂ ਧਮਾਕਾ ਹੋਏਗਾ ਤੇ ਉਹਦੇ ਹੱਥਾਂ 'ਚੋਂ ਬੱਚਾ ਡਿੱਗ ਪਿਆ, ਉਹਨੂੰ ਮਹਿਸੂਸ, ਉਹਨੂੰ ਇਹ ਪਤਾ ਹੀ ਨਹੀਂ ਲੱਗੇਗਾ ਜਾਂ ਉਹਦਾ ਕਿ ਮੇਰੇ ਹੱਥ 'ਚ ਉਹ ਬੱਚਾ ਸੀ, ਮੈਂ ਕਿਸੇ ਦੀ ਮਾਂ ਸੀ, ਮੈਂ ਕਿਸੇ ਨੂੰ ਦੁੱਧ ਪਿਲਾਉਂਦੀ ਸੀ, ਬੱਚਾ ਥੱਲੇ ਡਿੱਗ ਗਿਆ, ਰੋਂਦਾ, ਕੀ ਕਰਦਾ ਕੀ ਨਹੀਂ ਕਰਦਾ, ਬਸ ਹਵਾਸ ਬਾਖਤਾ। वताज़ा कुल्लु ज़ाति हमलिन हमलहा, और हर हामला अपना हमल गिरा देगी। इस सदमे की वजह तो हमल भी ज़ाया हो जाते आ। बाज़ औकात जहाज़ां दे विच जदों सफ़र करते हैं ना, तो उस वेले एहतियात करते हैं कि औरत हामला तो जहाज़ दे विच जदों हमल जिहड़ा वो ज़रा वावा होया हुंदा तो उस वेले सफ़र ना करे, क्योंकि हो सकता राह दे विच ਉਹ ਜਹਾਜ਼ ਉੱਤੇ ਥੱਲੇ ਹੁੰਦਾ ਤੇ ਉਹਦੀ ਵਜ੍ਹਾ ਤੋਂ ਕਿਤੇ ਉੱਥੇ ਬੱਚਾ ਜੰਮ ਪਵੇ। फरमाया कि वताज़ा कुल्लु ज़ाति हमलिन हमलहा, कोई हमला, कोई बकरी, कोई मझ, कोई औरत, कोई भी हामला ਉਹਦਾ ਹਮਲ ਨਹੀਂ ਰਹਿ ਸਕੇਗਾ। ਐਡਾ ਖੌਫਨਾਕ ਵਕਤ ਹੋਏਗਾ। ਵਾਤਾਰਨ ਨਾਸਾ ਸੁਕਾਰਾ, ਤੁਸੀਂ ਦੇਖੋਗੇ ਲੋਕਾਂ ਨੂੰ ਕਿ ਜਿਵੇਂ ਉਹ ਨਸ਼ਈ ਹੈ। ਨਸ਼ਈ ਤੁਸੀਂ ਦੇਖਿਆ ਨਾ, ਲੜ ਖੜਾਉਂਦਾ ਫਿਰਦਾ, ਬੈਲੈਂਸ ਬਰਕਰਾਰ ਨਹੀਂ, ਬੇਹੋਸ਼ ਜਿਹਾ ਹੈ। ਉਹਨੂੰ ਨਹੀਂ ਪਤਾ ਮੈਂ ਗੰਦ ਤੇ ਡਿੱਗਦਾ, ਉਹਨੂੰ ਨਹੀਂ ਪਤਾ ਮੈਂ ਧੁੱਪੇ ਡਿੱਗਦਾ, ਉਹਨੂੰ ਨਹੀਂ ਪਤਾ ਮੈਂ ਛਾਵੇਂ ਆ।
ਆਪਣੇ ਆਪ ਤੋਂ ਵੀ ਜਿਹੜਾ ਨਾ ਉਹ ਬੇਖਬਰ, ਔਰ ਜਿਹੜਾ ਨਾ ਉਹ ਦੂਸਰਿਆਂ ਤੋਂ ਵੀ ਬੇਖਬਰ। ਵਾਤਾਰਨ ਨਾਸਾ ਸੁਕਾਰਾ, ਤੁਹਾਨੂੰ ਏਦਾਂ ਲੱਗੇਗਾ ਜਿਵੇਂ ਲੋਕਾਂ ਨੇ ਨਸ਼ਾ ਪੀਤਾ ਹੋਇਆ। ਤੁਸੀਂ ਦੇਖੋਗੇ ਲੋਕਾਂ ਨੂੰ ਕਿ ਉਹ ਤੁਹਾਨੂੰ ਨਸ਼ੇ 'ਚ ਲੱਗ ਰਹੇ ਹੋਣਗੇ। ਵਮਾ ਹੁਮ ਬੇਸੁਕਾਰਾ, ਹਾਲਾਂਕਿ ਉਹ ਨਸ਼ੇ 'ਚ ਨਹੀਂ ਹੋਣਗੇ, ਯਾਨੀ ਉਹਨਾਂ ਨੇ ਕੋਈ ਨਸ਼ੇ ਵਾਲੀ ਚੀਜ਼ ਪੀਤੀ ਨਹੀਂ ਹੋਏਗੀ। ਵਲਾਕਿੰਨਾ ਅਜ਼ਾਬ ਅੱਲਾਹ ਸ਼ਦੀਦ, ਇਹ ਤੇਰੇ ਰੱਬ ਦਾ ਅਜ਼ਾਬ ਹੈ ਜਿਹਦੀ ਸ਼ਿੱਦਤ ਦੀ ਵਜ੍ਹਾ ਤੋਂ ਉਹ ਇਸ ਹਾਲ ਨੂੰ ਪਹੁੰਚਣਗੇ, ਬਦ ਹਵਾਸ ਹੋ ਜਾਣਗੇ। وَمِنَ النَّاسِ مَن يُجَادِلُ فِي اللَّهِ بِغَيْرِ علم, ਅੱਲਾ ਕਹਿੰਦਾ ਔਰ ਲੋਕਾਂ ਵਿੱਚੋਂ ਉਹ ਵੀ ਹੈਗੇ ਆ ਜਿਹੜੇ ਬਗੈਰ ਇਲਮ ਦੇ ਅੱਲਾ ਦੇ ਬਾਰੇ ਦੇ ਵਿੱਚ ਜਿਹੜਾ ਬਹਿਸਾਂ ਕਰਦੇ ਆ। ਉਹ ਇਹ ਬਹਿਸਾਂ ਕਰਦੇ ਨਾ, ਕਿੱਦਾਂ ਅੱਲਾ ਪੈਦਾ ਕਰ ਲਏਗਾ, ਕਿੱਦਾਂ ਅੱਲਾ ਖੜਾ ਕਰ ਲਏਗਾ ਦੁਬਾਰਾ ਮਰਨ ਤੋਂ ਬਾਅਦ, ਕਿੱਥੋਂ ਇਹ ਪਹਾੜਾਂ ਦਾ ਕੀ ਬਣੇਗਾ। ਕਈ ਚੀਜ਼ਾਂ ਅਸੀਂ ਪੜ੍ਹ ਚੁੱਕੇ ਹਾਂ ਨਾ, ਇਹਨਾਂ ਨੂੰ ਅੱਲਾ ਕਿੱਧਰ ਲੈ ਜਾਏਗਾ। ਤੇ ਫਰਮਾਇਆ ਵਯਤਬਿਉ ਕੁੱਲ ਸ਼ੈਤਾਨ ਮਰੀਦ, ਤੇ ਜਿਸ ਵੇਲੇ ਉਹ ਮਤਲਬ ਆ ਕਿ ਇਲਮ ਤੋਂ ਬਗੈਰ ਚੱਲ ਰਹੇ ਆ, ਪਿੱਛੇ ਆ ਨਾ وَمِنَ النَّاسِ مَن يُجَادِلُ فِي اللَّهِ بِغَيْرِ علم, ਬਗੈਰ ਇਲਮ। ਤੇ ਜਦੋਂ ਇਲਮ ਦੇ ਪਿੱਛੇ ਨਹੀਂ ਚੱਲ ਰਿਹਾ, ਇਲਮ ਤੋਂ ਬਗੈਰ ਹੀ ਚੱਲ ਰਿਹਾ, ਤੇ ਫਿਰ ਕਿਸੇ ਦੇ ਪਿੱਛੇ ਤੇ ਚੱਲ ਰਿਹਾ। ਵਯਤਬਿਉ ਕੁੱਲ ਸ਼ੈਤਾਨ ਮਰੀਦ, ਹਰ ਸ਼ੈਤਾਨ, ਉਹ ਸ਼ੈਤਾਨ ਇੱਕ ਤੇ ਹੈ ਨਾ, ਉਹਦੇ ਚੇਲੇ ਜਿਹੜੇ ਆ ਉਹਨਾਂ ਦੀਆਂ ਵੀ ਗੱਲਾਂ ਜਿਹੜੀਆਂ ਨਾ ਉਹ ਵੀ ਮੰਨਣ ਲੱਗ ਪੈਂਦੇ ਆ। ਕੁਤਿਬਾ ਅਲੈਹਿ ਅੰਨਹੁ ਮਨ ਤਵੱਲਾਹੂ, ਜਦੋਂ ਕਿ ਉਹਦੇ ਬਾਰੇ ਚ ਅੱਲਾਹ ਤਾਲਾ ਨੇ ਇਹ ਗੱਲ ਲਿਖ ਦਿੱਤੀ ਹੈ, ਇਹ ਫੈਸਲਾ ਸੁਣਾ ਦਿੱਤਾ ਕਿ ਜਿਹੜਾ ਵੀ ਉਸ ਨੂੰ ਦੋਸਤ ਬਣਾਏਗਾ, ਯਾਨੀ ਉਸ ਸ਼ੈਤਾਨ ਨੂੰ ਜਿਹੜਾ ਦੋਸਤ ਬਣਾਏਗਾ, ਫਅੰਨਹੁ ਯੁਜ਼ਿਲਹੁ, ਉਹ ਤਾਂ ਉਹਨੂੰ ਗੁਮਰਾਹ ਕਰਕੇ ਛੱਡੇਗਾ। ਵਯਹਦੀਹ ਇਲਾ ਅਜ਼ਾਬ ਸਈਰ, ਔਰ ਉਹਨੂੰ ਰਾਹ ਦਿਖਾਵੇਗਾ ਜਹਨਮ ਦਾ ਅਜ਼ਾਬ ਸਈਰ, ਉਹ ਜਲਦਾ ਹੋਇਆ ਅਜ਼ਾਬ, ਅੱਗ ਦਾ ਅਜ਼ਾਬ ਉਧਰ ਲੈ ਕੇ ਜਾਏਗਾ। ਯਾ ਅਯੁਹन्नास, ਲੋਗੋ ਇਨ ਕੁੰਤੁਮ ਫੀ ਰੈਬ ਮਿਨਲ ਬਾਸ, ਅਗਰ ਤੁਹਾਨੂੰ ਕੋਈ ਸ਼ੱਕ ਹੈ ਦੁਬਾਰਾ ਉਠਾਏ ਜਾਣ ਦੇ ਬਾਰੇ ਚ, ਯਾਨੀ ਮਰਨ ਤੋਂ ਬਾਅਦ ਉਠਾਏ ਜਾਣ ਦੇ ਬਾਰੇ ਚ, ਕਿਉਂਕਿ ਇਹ ਸ਼ੱਕ ਹੈ ਨਾ, ਇਸ ਵਾਸਤੇ ਨਹੀਂ ਫਿਕਰ ਕਰਦੇ ਨਾ। فَإِنَّا خَلَقْنَاكُم مِّن تُرَابٍ, ਤੇ ਫਿਰ ਜ਼ਰਾ ਗੌਰ ਕਰੋ, ਅਸੀਂ ਤੁਹਾਨੂੰ ਮਿੱਟੀ ਤੋਂ ਬਣਾਇਆ। ਸੁੰਮਾ ਮਿਨ ਨੁਤਫਾ, ਫਿਰ ਅਸੀਂ ਤੁਹਾਨੂੰ ਨੁਤਫੇ ਤੋਂ ਬਣਾਇਆ। ਸੁੰਮਾ ਮਿਨ ਅਲਾਕਾ, ਫਿਰ ਅਸੀਂ ਤੁਹਾਨੂੰ ਇੱਕ ਮੁਅੱਲਕ ਚੀਜ਼ ਤੋਂ ਬਣਾਇਆ। ਇਹ ਅਲਾਕਾ ਕੀ ਹੁੰਦਾ ਹੈ? ਅਸਲ ਦੇ ਵਿੱਚ ਔਰਤ ਦੇ ਰਹਿਮ ਦੇ ਵਿੱਚ ਜ਼ਾਹਰਾ ਉਹ ਮੁਕਾਮ ਆ ਨਾ, ਜਿਹਨੂੰ ਬੱਚਾਦਾਨੀ ਕਹਿੰਦੇ ਆ, ਉਹਦੇ ਵਿੱਚ ਬੱਚਾ ਜਿਹੜਾ ਨਾ ਉਹ ਪਰਵਰਿਸ਼ ਪਾਉਂਦਾ। ਅੱਛਾ, ਉਹਦੇ ਵਿੱਚ ਜਿਸ ਵੇਲੇ ਮਤਲਬ ਹੈ ਕਿ ਆਗਾਜ਼ ਹੁੰਦਾ, ਉਦੋਂ ਕੀ ਹੁੰਦਾ ਹੈ? ਉਹਦਾ ਕੋਈ ਵਜ਼ਨ ਹੀ ਨਹੀਂ ਹੁੰਦਾ ਹੈ, ਜਿੱਦਾਂ ਕੁਰਾਨ ਕਰੀਮ ਦੇ ਵਿੱਚ ਆਉਂਦਾ ਹੈ ਕਿ ਬਈ ਉਹ ਔਰਤ ਚਲਦੀ ਫਿਰਦੀ ਆ, ਮਗਰ ਉਹਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਮੇਰੇ ਅੰਦਰ ਕੁਝ ਹੋਰ ਤਖਲੀਕ ਦਾ ਆਗਾਜ਼ ਹੋ ਗਿਆ, ਇੱਕ ਹੋਰ ਇਨਸਾਨ ਬਣਨਾ ਸ਼ੁਰੂ ਹੋ ਗਿਆ। ਸ਼ੁਰੂ ਚ ਤਾਂ ਨਹੀਂ ਉਹਨੂੰ ਬਿਲਕੁਲ ਹੀ ਪਤਾ ਲੱਗਦਾ। ਇਹ ਫਿਰ ਜਿਹੜਾ ਨਾ ਇਹ ਉੱਥੇ ਇੱਕ ਕਿੱਦਾਂ ਤੁਸੀਂ ਕਹਿ ਲਓ, ਜਿੱਦਾਂ ਆਮ ਤੌਰ ਤੇ ਅਸੀਂ ਕਹਿੰਦੇ ਆ ਨਾ ਜਾਨਵਰਾਂ ਨੂੰ ਚਿੱਚੜ ਚਿੰਬੜ ਗਏ, ਇਸ ਤਰ੍ਹਾਂ ਇੱਕ ਸਮਝ ਲਓ ਕਿ ਇੱਕ ਛੋਟਾ ਜਿਹਾ ਜੀ, ਛੋਟਾ ਜਿਹਾ ਚਿੱਚੜ ਕਹਿ ਲਓ, ਇਹ ਇਸ ਤਰ੍ਹਾਂ ਉਹ ਰਹਿਮ ਦੇ ਅੰਦਰ ਇੱਕ ਜਗ੍ਹਾ ਦੇ ਉੱਤੇ ਇਹ ਮੁਅੱਲਕ ਹੋ ਜਾਂਦਾ, ਚਿਪਕ ਜਾਂਦਾ, ਲਟਕ ਜਾਂਦਾ, ਜੋ ਵੀ ਜਿੱਦਾਂ ਵੀ ਕਹਿ ਲਓ, ਕਿਸੇ ਜਗ੍ਹਾ ਤੇ ਚਿੰਬੜ ਗਿਆ। ਇਹ ਹੈ ਉਹ ਬੰਦਾ ਹੀ ਆ ਜਿਹਨੇ ਬਣਨਾ ਵਾ,
ਲੇਕਿਨ ਜਿਹੜਾ ਨਾ ਉਹ ਉੱਥੇ ਉਹ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਹੁੰਦਾ ਹੈ। ਇਹ ਚੂੰਕਿ ਪਹਿਲੇ ਜਿਹੜਾ ਨਾ ਉਹ ਸਾਇੰਸ ਦਾ ਇੰਨਾ ਇਲਮ ਨਹੀਂ ਸੀਗਾ, ਤੇ ਲਿਹਾਜ਼ਾ ਜਿਹੜਾ ਨਾ ਉਹਨੂੰ ਉਹ ਕਹਿੰਦੇ ਸੀ ਇਸ ਤਰ੍ਹਾਂ ਵੀ ਆਉਂਦਾ ਕਿ ਜੰਮਿਆ ਹੋਇਆ ਖੂਨ ਬਣ ਗਿਆ, ਤੇ ਉਹ ਚਿੱਚੜ ਵੀ ਖੂਨ ਹੀ ਹੁੰਦਾ, ਉਹਨੂੰ ਮਾਰੋ ਤੇ ਫਿਰ ਖੂਨ ਹੀ ਨਿਕਲਦਾ ਉਹਦੇ ਚ, ਹੋਰ ਕੀ ਨਿਕਲਣਾ। ਕਿਉਂਕਿ ਹੁਣ ਉਹ ਯਾਨੀ ਮਨੀ ਤੋਂ ਇਨਸਾਨ ਬਣਨ ਦੀ ਤਰਫ ਜਾ ਰਿਹਾ ਨਾ, ਤੇ ਫਿਰ ਇਸ ਤਰ੍ਹਾਂ ਉਹਦੇ ਵਿੱਚ ਉਹ ਖੂਨ ਨੁਮਾ ਮਾਦਾ ਜਿਹਾ ਤੇ ਪੈਦਾ ਹੋ ਜਾਂਦਾ ਨਾ, ਉਹਨੇ ਅੱਗੋਂ ਪੂਰਾ ਬੰਦਾ ਬਣਨਾ, ਇਨਸਾਨ ਬਣਨਾ, ਇਨਸਾਨ ਦਾ ਬੱਚਾ ਬਣਨਾ। ਉਹ ਉੱਥੇ ਇੱਕ ਜਗ੍ਹਾ ਤੇ ਇਦਾਂ ਜਿਹੜਾ ਨਾ ਚਿੰਬੜਿਆ ਹੁੰਦਾ, ਉਹ ਚਿੰਬੜਿਆ ਹੁੰਦਾ ਉਹਨੇ ਉੱਥੋਂ, ਮਤਲਬ ਆ ਕਿ ਆਪਣੀ ਖੁਰਾਕ ਵਗੈਰਾ। ਇਹ ਹੁਣ ਚਿੱਚੜ ਜਾਂ ਮੱਛਰ ਬੰਦੇ ਨੂੰ ਆ ਕੇ ਕਾਹਦੇ ਵਾਸਤੇ ਚਿੰਬੜਦੇ ਆ? ਬੰਦੇ ਤੋਂ ਕੁਝ ਕੱਢਣਾ ਹੀ ਹੁੰਦਾ ਉਹਨਾਂ ਨੇ। ਇਸੇ ਤਰ੍ਹਾਂ ਔਰਤ ਦੀ ਖੁਰਾਕ ਲੈਣੀ ਹੈ ਉਹਨਾਂ ਨੇ, ਔਰਤ ਚੋਂ ਹੀ ਖੁਰਾਕ ਲੈਣੀ ਹੈ ਨਾ। ਅੱਜ ਦਾ ਤੁਸੀਂ ਦੇਖਿਆ ਹੋਵੇਗਾ ਇਹ ਗਾਸ ਬੇਲ ਜਿਹੜੀ ਇੱਕ ਹੁੰਦੀ ਹੈ, ਉਹਨੂੰ ਪਤਾ ਨਹੀਂ ਆਕਾਸ਼ ਬੇਲ ਵੀ ਕਹਿੰਦੇ ਆ ਕਿ ਗਾਸ ਬੇਲ ਕਹਿੰਦੇ ਆ। ਉਹ ਦਰਖਤ ਤੇ ਸਿੱਟਦੇ ਹੋ ਤੇ ਬਸ ਉਹ ਆਪੇ ਹੀ ਉਹਦੇ ਨਾਲ ਕਿਤੇ ਨਾ ਕਿਤੇ ਜੜ ਲਾ ਕੇ ਤੇ ਦਰਖਤ ਚੋਂ ਆਪਣੀ ਖੁਰਾਕ ਲੈਂਦੀ ਰਹਿੰਦੀ ਹੈ। ਸੁਮਾ ਮੈਂ ਮੁਜ਼ਗਾ, ਔਰ ਫਿਰ ਇਹ ਬਣ ਜਾਂਦਾ ਗੋਸ਼ਤ। ਮੁਖੱਲਕਾਤਨ, ਔਰ ਜਿਹਦੇ ਵਿੱਚ ਤਖਲੀਕ ਹੋਈ ਵੀ ਹੁੰਦੀ ਹੈ। ਵਾ ਗੈਰ ਮੁਖੱਲਕਾਤਨ, ਔਰ ਉਹ ਤਖਲੀਕ ਹਜੇ ਨਹੀਂ ਵੀ ਹੋਈ ਹੁੰਦੀ। ਯਾਨੀ ਉਹ ਜਦੋਂ ਗੋਸ਼ਤ ਬਣਦਾ, ਜ਼ਾਹਰ ਬਾਤ ਹੈ ਕਿ ਉਹ ਇੱਕ ਗੋਸ਼ਤ ਦੀ ਸ਼ਕਲ ਇਖਤਿਆਰ ਕਰਦਾ ਜਾਂ ਬੋਟੀ ਦੀ ਸ਼ਕਲ ਇਖਤਿਆਰ ਕਰਦਾ, ਤੇ ਫਿਰ ਉਹਦੇ 'ਚ ਜ਼ਾਹਰ ਹੈ ਆਗਾਜ਼ ਦੇ ਵਿੱਚ ਕੋਈ ਸ਼ਕਲੋ ਸੂਰਤ ਦਾ ਸਮਝ ਨਹੀਂ ਆਉਂਦੀ। ਔਰ ਉਸ ਵੇਲੇ ਫਿਰ ਉਹ ਹੁੰਦਾ ਗੈਰ ਮੁਹੱਲਕਾ, ਯਾਨੀ ਸ਼ਕਲ ਤੇ ਕੋਈ ਨਹੀਂ ਹੈਗੀ, ਬਸ ਐਵੇਂ ਗੋਸ਼ਤ ਜਿਹਾ ਹੀ ਆ। ਗੋਸ਼ਤ ਦਾ ਛੋਟਾ ਜਿਹਾ ਟੁਕੜਾ ਇੱਕ ਸਮਝ ਲਓ, ਇਦਾਂ ਦੀ ਚੀਜ਼ ਹੈ। ਬਾਕੀ ਸ਼ਕਲ ਸ਼ੁਕਲ ਕੋਈ ਨਹੀਂ ਇਹਦੀ ਵੀ, ਇਹਨੂੰ ਅਸੀਂ ਕਹੀਏ ਕਿ ਬੰਦੇ ਦਾ ਪੁੱਤਰ ਆ। ਤੇ ਮੁਖੱਲਕਾ, ਤੇ ਫਿਰ ਉਹਦੇ ਵਿੱਚ ਸੂਰਤ ਬਣ ਵੀ ਜਾਂਦੀ ਹੈ, ਹੌਲੀ ਹੌਲੀ ਬਣਨੀ ਵਾਜ਼ੇ ਹੋਣ ਲੱਗ ਪੈਂਦੀ ਨਾ ਕਿ ਬੰਦਾ ਵਾ। ਲੈ ਨੁਬੈਨ ਲਕੁਮ, ਅੱਲਾ ਕਹਿੰਦਾ ਇਹ ਮੈਂ ਗੱਲਾਂ ਤੁਹਾਨੂੰ ਕਿਉਂ ਦੱਸ ਰਿਹਾ? ਤਾਂ ਕਿ ਮੈਂ ਤੁਹਾਡੇ ਉੱਤੇ ਆਪਣੀ ਕੁਦਰਤ ਵਾਜ਼ੇ ਕਰ ਦੇਵਾਂ। ਲੈ ਨੁਬੈਨ ਲਕੁਮ, ਗੱਲ ਕੀ ਹੈ? ਗੱਲ ਪਿੱਛੋਂ ਸ਼ੁਰੂ ਹੋਈ ਹੈ। ਆਇਤ ਕਿੱਥੋਂ ਸ਼ੁਰੂ ਹੋਈ ਹੈ? ਯਾ ਅਯੁਹਨ ਨਾਸ ਇਨ ਕੁੰਤੁਮ ਫੀ ਰੈਬ ਮਿਨਲ ਬਾਸ, ਅਗਰ ਤੁਹਾਨੂੰ ਦੁਬਾਰਾ ਉੱਠਣ ਦੇ ਬਾਰੇ 'ਚ ਸ਼ੱਕ ਹੈ ਤਾਂ ਤੁਸੀਂ ਜ਼ਰਾ ਦੇਖ ਲਓ ਕਿ ਪਹਿਲਾਂ ਅਸੀਂ ਤੁਹਾਨੂੰ ਕਿੱਦਾਂ ਬਣਾਇਆ, ਕਿੱਥੋਂ ਜਾ ਕੇ ਇਨਸਾਨ ਬਣਾਇਆ, ਇਨਸਾਨ ਦਾ ਬੱਚਾ ਬਣਾਇਆ। ਤੇ ਇਹ ਮੈਂ ਤੁਹਾਨੂੰ, ਯਾਨੀ ਅੱਲਾ ਕਹਿੰਦਾ ਕਿ ਮੈਂ ਤੁਹਾਡੇ ਤੇ ਆਪਣੀ ਕੁਦਰਤ ਵਾਜ਼ੇ ਕਰਦਾ ਕਿ ਤੁਹਾਨੂੰ ਇਹ ਯਕੀਨ ਆ ਜਾਏ ਕਿ ਮੈਂ ਮਰਨ ਤੋਂ ਬਾਅਦ ਵੀ ਦੁਬਾਰਾ ਉਠਾ ਸਕਦਾ, ਤਾਂ ਕਿ ਤੁਸੀਂ ਹਦਾਇਤ ਪਾ ਜਾਓ। ਵਨੁਕਿਰੁ ਫਿਲ ਅਰਹਾਮ ਮਾ ਨਸ਼ਾਉ ਇਲਾ ਅਜਲ ਮੁਸਮਾ, ਫਿਰ ਉਹ ਜਦੋਂ ਉਹਨੂੰ ਉੱਥੇ ਲਿਜਾਨੇ ਆ ਮਾਂ ਦੇ ਰਹਿਮ ਦੇ ਵਿੱਚ, ਤੇ ਫਿਰ ਅਸੀਂ ਉਹਨੂੰ ਜਿੰਨੀ ਦੇਰ ਅਸੀਂ ਚਾਹੁੰਦੇ ਹਾਂ ਉਨੀ ਦੇਰ ਅਸੀਂ ਉਹਨੂੰ ਉੱਥੇ ਠਹਿਰਾਉਂਦੇ ਹਾਂ, ਠਹਿਰਦਾ ਵਾ ਉਨੀ ਦੇਰ। ਸੁੰਮਾ ਨੁਖਰਿਜੁਕੁਮ ਤਿਫਲਾ, ਫਿਰ ਤੁਹਾਨੂੰ ਅਸੀਂ ਇੱਕ ਬੱਚੇ ਦੀ ਤਰ੍ਹਾਂ ਬਾਹਰ ਲੈ ਆਉਂਦੇ ਹਾਂ, ਤੁਸੀਂ ਜੰਮ ਪੈਂਦੇ ਹੋ, ਪੈਦਾ ਹੋ ਜਾਂਦੇ ਹੋ। ਸੁੰਮਾ ਲਿਤਬਲੁਗੂ ਅਸ਼ੁੱਧਾ, ਔਰ ਫਿਰ ਇਸ ਵਾਸਤੇ ਵੀ ਕਿ ਤੁਸੀਂ ਜਿਹੜਾ ਨਾ ਉਹ ਪਹੁੰਚੋ ਆਪਣੀ ਜਵਾਨੀ ਨੂੰ, ਯਾਨੀ ਬੱਚਾ ਤੇ ਬੱਚੇ ਤੋਂ ਇਹ ਜਿੱਦਾਂ ਮਾਂ ਦੇ ਰਹਿਮ ਦੇ ਵਿੱਚ ਇੱਕ ਨੁਤਫੇ ਤੋਂ ਇਹਨੇ ਕੀਤਾ, ਇਦਾਂ ਹੀ ਫਿਰ ਅੱਗੋਂ ਬੁਢਾਪੇ ਤੱਕ ਪਹੁੰਚ ਜਾਂਦਾ। ਸੁੰਮਾ ਲਿਤਬਲੁਗੂ ਅਸ਼ੁੱਧਕੁਮ, ਤਾਂ ਕਿ ਤੁਸੀਂ ਆਪਣੀ ਜਵਾਨੀ ਨੂੰ ਪਹੁੰਚੋ। ਵਮਿਨਕੁਮ ਮਨ ਯੁਤਵੱਫਾ, ਤੇ ਤੁਹਾਡੇ ਵਿੱਚੋਂ ਕੋਈ ਤੇ ਉਹ ਹੁੰਦਾ ਜਿਹੜਾ ਜਵਾਨੀ ਨੂੰ ਪਹੁੰਚਣ ਤੋਂ ਪਹਿਲੇ ਹੀ ਫੌਤ ਹੋ ਜਾਂਦਾ ਹੈ। ਕੋਈ ਬਚਪਨ 'ਚ ਹੋ ਗਿਆ, ਕੋਈ ਥੋੜਾ ਨੌਜਵਾਨੀ 'ਚ ਹੋ ਗਿਆ, ਕਿਸੇ ਵਕਤ ਹੋ ਗਿਆ, ਕੋਈ ਜੰਮਦਾ ਹੀ ਹੋ ਗਿਆ ਮਰ ਗਿਆ, ਕੋਈ ਜੰਮਿਆ ਹੀ ਮਰਿਆ। ਬਸ ਇਹ ਫਿਰ ਕਹਿੰਦਾ ਕੋਈ, ਅੱਲਾਹ ਤਾਲਾ ਫਰਮਾਉਂਦਾ ਵਮਿਨਕੁਮ ਮਨ ਯੁਤਵੱਫਾ, ਕੋਈ ਤੇ ਇਹ ਆ ਜਿਹੜਾ ਕਿ ਉਹ ਪਹਿਲੇ ਹੀ ਫੌਤ ਹੋ ਜਾਂਦਾ।
व मिनकुम मन युरद्दा इला अर्ज़लिल उम्र, और फिर कोई ਉਹ ਹੁੰਦਾ ਕਿ ਜਿਹੜਾ ਉਹ ਨਕੰਮੀ ਉਮਰ ਨੂੰ ਪਹੁੰਚ ਜਾਵੇ। ਇਹ ਨਕੰਮੀ ਉਮਰ ਜਿਹੜੀ ਹੈ ਇਹ ਕਿਹੜੀ ਉਮਰ ਆ? ਇਹ ਉਮਰ ਹੈ ਜਦੋਂ ਬਹੁਤ ਜ਼ਿਆਦਾ ਬੁੱਢਾ ਬੰਦਾ ਹੋ ਜਾਂਦਾ ਨਾ। व मिनकुम मन युतवफ़ा, कोई पहले फौत हो जाता। व मिनकुम मन युरद्दु व मिनकुम मन युरद्दु इला अर्ज़लिल उमर, नकम्मी उमर बुढ़ा ਉਸ ਨੂੰ ਵੀ ਪਹੁੰਚ ਜਾਂਦਾ। ਕਹਿੰਦਾ ਬਹੁਤ ਜ਼ਿਆਦਾ ਜ਼ਾਇਫ ਹੋ ਗਿਆ। ਔਰ ਜਦੋਂ ਬਹੁਤ ਜ਼ਿਆਦਾ ਜ਼ਾਇਫ ਹੁੰਦਾ ਲਿਕਈ ਲਾ ਯਅਲਮ ਮਿਨ ਬਾਦ ਇਲਮਿਨ ਸ਼ੈਆ, ताकि बड़ा आलिम होके, बड़ा साइंसदान होके, बहुत बड़ा डॉक्टर बन के बड़िया किताबां लिखियां, बड़े लैक्चर दिते, बड़े मकाले पढ़े हैं, बड़िया तकरीरां कीतियां, लेकिन हुण की है वो जिहड़ी बुढ़ा हो गया, इस बुढ़ापे की वजह तो लिकई ला यअलम मिन बाद इल्मिन शैया, मिन बाद इल्मिन शैया, बड़ा आलम होके, बड़ा इलम होके वो सब कुछ ही भुल गया। जिवें मां दे पेट चों निकलिया सी ते किसे शायद उन्होंने इलम नहीं सीगा। ये सूरा ਜਿਹੜਾ ਨਾ ਉਹ ਨਹਲ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਜੇ ਮਾਂ ਚੋਂ ਪੇਟ ਰਾਹੀਂ ਨਿਕਲਿਆ ਤੇ ਤੁਹਾਨੂੰ ਕੋਈ ਇਲਮ ਨਹੀਂ ਸੀ, ਫਿਰ ਅੱਲਾ ਨੇ ਤੁਹਾਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਦਿਮਾਗ ਦਿੱਤਾ, ਸੋਚ ਸਮਝ ਦੀਆਂ ਸਲਾਹੀਅਤਾਂ ਦਿੱਤੀਆਂ, ਤੇ ਫਿਰ ਤੁਸੀਂ ਬੜੇ ਆਲਮ ਬਣ ਗਏ। ਹੁਣ ਉਹ ਸਾਰਾ ਕੁਝ ਹੈਗਾ, ਅੰਦਾਜ਼ਾ ਕਰੋ, ਉਹ ਸਾਰਾ ਕੁਝ ਹੈਗਾ, ਲੇਕਿਨ ਉਮਰ ਐਸੀ ਚਲੀ ਗਈ ਹੈ। ਮੈਂ ਬਾਅਦ ਆਦਮੀਆਂ ਨੂੰ ਉਮਰ 'ਚ ਦੇਖਿਆ, ਆਪਦਾ ਪੁੱਤਰ ਸਾਹਮਣੇ ਆ ਜਾਂਦਾ, ਉਹ ਕਹਿੰਦਾ ਤੂੰ ਕੌਣ ਆ, ਕਿਹੜਾ, ਤੇਰਾ ਕੀ ਨਾਮ ਆ, ਉਹਨੂੰ ਆਪਦਾ ਨਾਮ ਵੀ ਭੁੱਲ ਜਾਂਦਾ ਬੁੱਢੇ ਨੂੰ। ਫਰਮਾਇਆ ਲਿਕਈ ਲਾ ਯਅਲਮ ਮਿਨ ਬਾਦ ਇਲਮਿਨ ਸ਼ੈਆ, ਉਹ ਇਲਮ ਜਿਹੜਾ ਉਹਨੇ ਬੜਾ ਹਾਸਲ ਕੀਤਾ ਸੀ ਜਾਂ ਬੜਾ ਕਮਾਲ ਪਹੁੰਚਾਇਆ ਸੀ, ਬੜੀਆਂ ਕਿਤਾਬਾਂ, ਬੜਾ ਲੋਕਾਂ ਨੂੰ ਪੜ੍ਹਾਇਆ ਸੀ, ਉਸਤਾਦ ਹੁੰਦਾ ਸੀ, ਕੁਛ ਵੀ ਨਹੀਂ ਪੱਲੇ ਰਹਿ ਗਿਆ। ਅੱਲਾ ਕਹਿੰਦਾ ਇਹ ਮੇਰੀ ਕੁਦਰਤ ਦੇਖੋ, ਦੇਖੋ ਕਿਦਾਂ ਉਹਦਾ ਇਲਮ ਮੈਂ ਜ਼ਾਇਲ ਕਰ ਦਿੰਨਾ। ਵਾ ਤਰਲ ਅਰਦਾ ਹਾਮਿਦਾ, ਔਰ ਤੁਸੀਂ ਦੇਖਦੇ ਹੋ ਕਿ ਜ਼ਮੀਨ ਜਿਹੜੀ ਹੈ ਨਾ ਉਹ ਬਿਲਕੁਲ ਵਿਹਲੀ ਹੁੰਦੀ ਹੈ, ਚਟੀਲ ਹੁੰਦੀ ਹੈ, ਮੈਦਾਨ ਹੁੰਦਾ। ਫਾਇਜ਼ਾ ਅੰਜ਼ਲਨਾ ਅਲੈਹਲ ਮਾਅ ਅਹਤਜ਼ਤ, ਔਰ ਜਿਸ ਵੇਲੇ ਅਸੀਂ ਉਹਦੇ ਉੱਤੇ ਜਿਹੜਾ ਨਾ ਉਹ ਬਾਰਿਸ਼ ਕਰਦੇ ਹਾਂ, ਪਾਣੀ ਨਾਜ਼ਲ ਕਰਦੇ ਹਾਂ, ਤੇ ਉਹ ਤਰੋ ਤਾਜ਼ਾ ਹੋ ਜਾਂਦੀ ਹੈ। ਵਰਬਤ, ਔਰ ਉੱਠਣਾ ਸ਼ੁਰੂ ਹੋ ਜਾਂਦੀ ਹੈ। ਉੱਠਣ ਤੋਂ ਮੁਰਾਦ ਕੀ ਹੈ? ਪੌਦੇ ਉੱਗਣਾ ਸ਼ੁਰੂ ਹੋ ਜਾਂਦੇ ਆ। ਉਹ ਜ਼ਮੀਨ ਚੋਂ ਨਿਕਲਿਆ ਨਾ, ਤੇ ਹੁਣ ਉੱਪਰ 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 ਉੱਠਣੀ ਸ਼ੁਰੂ ਹੋ ਗਈ। व अंबतत मिन कुल्ले ज़ौजिन बहीज, और इस तरह ਉਹ ਅਗਾ ਲਿਆਉਂਦੀ ਹੈ, ਯਾਨੀ ਜ਼ਮੀਨ ਦੇ ਵਿੱਚ ਉੱਗ ਪੈਂਦੇ ਆ ਹਰ ਤਰ੍ਹਾਂ ਦੇ ਜਿਹੜਾ ਨਾ ਉਹ ਪੌਦੇ, ਨਬਾਤਾਤ, ਰੰਗ ਬਰੰਗੇ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਰੰਗ ਬਰੰਗੀਆਂ ਚੀਜ਼ਾਂ ਫਿਰ ਉਹਦੇ ਵਿੱਚ ਉੱਗ ਪੈਂਦੀਆਂ ਵਾ। ਜ਼ਾਲਿਕਾ ਬਿਅन्न अल्लाह हुवल हक, और ये इस वास्ते ਤੁਹਾਨੂੰ ਦੱਸਿਆ ਜਾ ਰਿਹਾ ਕਿ ਤੁਹਾਨੂੰ ਇਹ ਸਮਝ ਆ ਜਾਏ ਕਿ ਜੋ ਕੁਛ ਅੱਲਾ ਕਹਿ ਰਿਹਾ ਉਹੀ ਹੱਕ ਹੈ, ਅੱਲਾ ਹੀ ਸੱਚ ਹੈ, ਅੱਲਾ ਦਾ ਕਹਿਣਾ ਹੀ ਸੱਚ ਹੈ। ਅੱਲਾ ਨੇ ਤੁਹਾਨੂੰ ਕਿਹਾ ਕਿ ਦੇਖੋ ਮੈਂ ਤੁਹਾਨੂੰ ਉਠਾਉਣਾ ਵਾਂ, ਤੇ ਫਿਰ ਅੱਲਾ ਤਾਲਾ ਦਾ ਕਹਿਣਾ ਸੱਚ ਹੈ, ਮੰਨ ਲਓ, ਔਰ ਉਸ ਉੱਠਣ ਵੇਲੇ ਦੀ ਫਿਕਰ ਕਰ ਲਓ, ਉਹਦੀ ਤਿਆਰੀ ਕਰ ਲਓ। व अन्नहु युहयिल मौता, कि बेशक उन्हें मुर्दे जिंदा करने हैं। व अन्नहु अला कुल्लि शैइन कदीर, और ये सारी गल दसन का मतलब है कि वह हर चीज़ की कुदरत रखदा, सब काम कर सकदा। व अन्न साअत आतिया, और बेशक क़यामत आने वाली है, ला रैब फीहा, ओदे आउण च कोई शक नहीं। व अन्न अल्लाह यबअसु मन फिल कबूर, और ये कि अल्लाह ताला उठाएगा जेड़े कबरां च है, जेड़े मर गए इन्हां नूं उठाएगा।
वमिन अन्नास मन युजादिलु फिल्लाहि बिगैर इल्म, और लोगों के विचों है गया जेडे बगैर किसी इलम तो, देखो बार बार अल्लाह कहता बगैर किसी इलम तो, पिछे भी आया कि वो अल्लाह के बारे च बहसा करते आ। अल्लाह के बारे च किदां कर लेगा, क्यों होगा, कौन पैदा करेगा, नहीं मरद, ये मिट्टी हो जाएंगे, हड्डियां खत्म हो जाएगियां, इदां दी गल्लां। ये सारी बहस हो रही है क्योंकि उत्तों गल शुरू हुई है क्यामत के बारे च, ते क्यामत का एक अहम मरहला यह है कि मरिया होया ने जिंदा होना, ते ये अल्लाह ताला दलाइल दे जरिए समझा रहा है कि इनू ये तुहानू शक निकल जाए कि मरे हुए जिंदा होणगे कि नहीं होणगे। वला हुदन, कोई हदायत नहीं है उन्होंने, वला यानी कोई इन्हां कोल दलील नहीं हैगी, कोई समझ नहीं हैगी, ये बस बहस करते आ अल्लाह के बारे च। वह किताब मुनीर, और ना इन्हां कोल कोई ऐसी किताब है जेड़ी वाज़े किताब होवे, रोशन किताब होवे, जेदी गल अथेंटिक होवे। सानिया इतफही लियुज़िल्ल अन सबीलिल्लाह, और मोड़ दे अपनियां गर्दनां नूं, यानी जिस वेले इन्हां नूं ये गल्लां समझाईयां जांदियां, इन्हां नूं जिद्दां कहंदे ना सिर मारना, गर्दन मोड़ना, गल सुन के ना नागवारी दे नाल मूंह फेरना, लियुज़िल्ल अन सबीलिल्लाह, ताकि दूसरिਆਂ ਨੂੰ भी गुमराह ਕਰਨ। यानी ਉਹਨੂੰ ਉੱਥੇ ਇਸ ਤਰ੍ਹਾਂ ਰਿਜੈਕਟ ਕਰਨਾ ਹੱਕ ਨੂੰ कि दूसरे लोगों से भी ਇਹਦਾ असर पवे कि नहीं नहीं कोई गल ही नहीं है, ਇਹਦਾ कोई फायदा नहीं, यानी ये नहीं, ये गल दुरुस्त नहीं। लहू फिस दुनिया खिज़युन, तो ये इदां करन वालियां वास्ते या इदां करन वाले वास्ते दुनिया दे विच भी रसवाई है। वह नुज़ीक़ुहू यौमल क़यामत अज़ाबल हरीक, और क़यामत दे दिन असीं अग दा अज़ाब चखावांगे इनू, जिहड़ा आप भी गुमराह है लोगों भी गुमराह करता रहा बगैर इलम तो। ज़ालिका बिमा क़द्दमत यदाक, और ये इस वास्ते कि जो तू अगे भेजा सी, जेड़ी तेरी कमाई सी, ओदा यह बदला वा। व अन्न अल्लाह लैसा बिज़ल्लामिल लिल अबीद, और ये गल पक्की है कि अल्लाह अपने बंदियां दे उत्ते जुल्म नहीं करता, उन्होंने जो कीता वही भुगत रहे आ। व मिन अन्नास मन याबुदुल्लाह अला हर्फ, बहुत अहम मजमून आ गया, बहुत अहम आयत आ गई है, और ये सानू मुसलमानों नू गौर करना चाहिए। फरमाया व मिन अन्नास मन याबुदुल्लाह अला हर्फ, लोकां दे विचों वो भी है जेड़े अल्लाह दी इबादत करदे आ, यानी अल्लाह नू माबूद मनदे आ, अपने आप नू अल्लाह दा गुलाम कहंदे आ, दावा करदे आ। और जिद्दां सूरा बकरा दे शुरू दे आया ना कि वामिन अन्नास मन यकूलु आमन्ना बिल्लाहि व बिल यौमिल आखिर वमा हुम बिमुमिनीन, कि लोकां दे चों है जेड़े कहते असीं ईमान लिया है अल्लाह ते और आखिरत दे दिन ते, वमा हुम बिमुमिनीन, पर वो मोमिन नहीं हैगे। ये इसे तरह दी ये गल दसी जा रही है कि ये लोकां दे चों है जेड़े कहंदे आ कि असीं अपने आप नूं अल्लाह दा अबद बना लिया, असीं अल्लाह दी इबादत करने वाले हैं, असीं अल्लाह नूं माबूद मनन वाले हैं। व मिन अन्नास मन याबुदुल्लाह अला हरफ, अला हरफ ने आके जड़ा ना फर्क पाता, अला हरफ, लेकिन साइड ते रह के, हरफ कहंदे किनारे नूं, यानी अल्लाह दी बंदगी किनारे रह के करदे आ, पूरा बोझ नहीं चकदे, बोझ पूरे दे थल्ले सिर नहीं देंदे। जिद्दां तुसीं देखो ना कि एक वड्डी सारी पंड होवे ते एक आदमी जेड़े सिर ਉਹਨੂੰ दो तीन बंदे चुकाउंदे आ, ते एक बंदा ते थल्ले सिर दिंदा ना, सिर दिंदा, असल बोझ ते आंदा ਉਹਦੇ ते, और दूसरे सज्जे खब्बे जेड़े आ ਉਹ हथ ला के ਉਹਦੇ ਤੇ बोझ पा रहे होंदे आ,
ठीक है ना, उन्हों का मास हाथ ही लगे। उन्होंने चो भी कई बदनीयत ही होंगे आ जिन्होंने सिर्फ हाथ ही लाया होंदा, बोझ तोड़ा भी नहीं चुकया होंदा। ते अल्लाह ताला कहता है कि लोगों के चों भी है जेडे कहते आ कि असी अल्लाह दे बंदे बन के अल्लाह दी फरमा बरदारी च आ गए हैं, असी अल्लाह दी फरमा बरदारी का बोझ चक लिया। लेकिन हैगे आ किनारे खड़े हो गए, थले सिर नहीं देंदे। फ़इन असाबहू खैरो, अगर इन्हों रवे खैरियत, इत्माअन्ना बिही, ए हुण जिहड़ा लफज अगला पढ़ना ना तो फिर अलफ दे उत्ते जबर दे के पढ़ना, लेकिन अगर रलदा ही पढ़ना तो फिर फ़इन असाबहू खैरुन इत्माअन्ना बिही। लेकिन ये सरा समझ इदां आउंदी है तुहानूं, फ़इन असाबहू खैर, अगर उन्होंने रवे खैर और खैरियत, यानी मतलब यह है कि अल्लाह दे बंदे बन के अल्लाह दी बंदगी का बोझ चक के उन्होंने कोई तकलीफ ना होवे, कोई उन्हों का नुकसान ना होवे, कोई उन्होंने अपनी पसंद की कुर्बानी ना देनी पवे। ये दीन तो है ही ना कुर्बानियां का। कोई अपना शौक जिहड़ा छड्डना ना पवे, कोई अपनी दोस्ती छड्डनी ना पवे, किसी दुश्मन नूं गल, यानी अगर हुण ईमान लिया तो जिदा मदीने दे विच होया कि उस और खजरत जिहड़े दुश्मन सी उन्होंने एक दूए नूं गले ला लिया, किते दुश्मन नूं गले लाउणा ना पवे। यानी जिदा रूटीन चल रहा उदा ही उहदा रूटीन चल रहा है अल्लाह दा बंदा बन के भी, या अल्लाह दी बंदगी का बोझ उठा के भी, अल्लाह दी फरमा बरदारी दे विच आके भी फर्क नहीं उन्होंने कोई पिया। ऐसा फर्क जिहड़ा उन्होंने तकलीफ देवे, कोई रिश्तेदारी छड्डनी तकलीफ देवे, कोई कुर्बानी तकलीफ देवे, कोई होर जान माल दा तकाजा आ गया, वो हुण उहदा दिल नहीं करदा। बस चीज़ां ही उदां दियां वा जिहड़ियां उन्होंने मतलब है कि कोई तकलीफ नहीं दिंदियां, खैर दा बायस है। फ़इन असाबहू खैर, अगर इस बंदगी दे विच आवे उन्होंने खैर, इत्माअन्ना बिही, बड़ा मुतमिन हुंदा है इस बंदगी ते, इस इबादत ते, इस गुलामी ते, इस अल्लाह दे नाल तलक दे उत्ते बड़ा फखर करदा। अल्हम्दुलिल्लाह असी मुसलमान हाँ, साडा इदां वा, असी रसूल दी गल मनण वाले हाँ, असी अल्लाह दी गल मनण वाले हाँ, क्योंकि कोई मसला तो आया नहीं। फ़इन असाबहू खैरुन इत्माअन्ना बिही, अगली गल किया वइन असाबतहू फितना, अगर आ गया फितना यानी आजमाइश, यानी कबूल कर लिया इस्लाम, हुण इस्लाम कबूल करके वो खैर वाली गल नहीं, बल्कि हुण आ रही है मुसीबत। वो मुसीबतां किते बिलाल रज़ी अल्लाह तआला अन्हु ते आ रही है पत्थर दे अगे, पत्थरां दे उत्ते लिटा के, किते यासर रज़ी अल्लाह तआला अन्हु दे उत्ते आ रही है 4 ऊंठां नाल चिरा के, किते वो मुसीबत आ रही है सुमैया रज़ी अल्लाह तआला अन्हा औरत हुंदियां होया। फिर मैं कहना ना जरा गौर करो, इन्हां सारे बंदियां नूं जिहड़ा ना ये यकीन है कि मुहम्मद और रसूलुल्लाह सल्लल्लाहु अलैहि वसल्लम या कोई और आदमी, कोई मुसलमान साडी हैल्प नहीं कर सकेगा। असी सिर्फ अल्लाह दे भरोसे दे उत्ते ही ये सब कुछ बर्दाश्त करना। जिद्दां वो मूसा अलैहिस्सलाम दे जादूगर जिहड़े सी ना, उन्हां नूं पता सीगा फिरौन साडे हथ पैर वढ़ देगा, लेकिन मूसा साडी मदद नहीं करनगे, मूसा और हारून, क्योंकि कर ही नहीं सकते, उस पोजीशन च ही नहीं आ गए। लिहाजा अगर अल्लाह ते यकीन है तो अल्लाह वास्ते कुर्बानी दे रहे हैं, ठीक है ना।
ਇਹ ਬਹੁਤ ਅਹਿਮ ਸਬਕ ਹੈ। ਅਸੀਂ ਬਾਜ਼ ਔਕਾਤ ਅੱਲਾਹ ਤਾਲਾ ਦੇ ਰਸਤੇ ਦੇ ਉੱਤੇ ਚੱਲਦੇ ਹਾਂ, ਫਿਰ ਸਾਨੂੰ ਕੋਈ ਮੁਸੀਬਤ ਆਂਦੀ, ਪਰੇਸ਼ਾਨੀ ਤੇ ਆਂਦੀ ਤੇ ਸ਼ਿਕਵੇ ਗਿਲੇ ਅਸੀਂ ਦੂਸਰਿਆਂ ਦੇ ਕਰਦੇ ਹਾਂ। ਫਲਾਣੇ ਨੇ ਮਰਵਾ ਦਿੱਤਾ, ਫਲਾਣੇ ਨੇ ਐਦਾਂ ਕਿਹਾ, ਫਲਾਣੇ ਨੇ ਮੇਰਾ ਸਾਥ ਨਹੀਂ ਦਿੱਤਾ। ਬਈ ਬਿਲਫਰਜ਼ ਉਹਨੇ ਸਾਥ ਨਹੀਂ ਵੀ ਦਿੱਤਾ ਤਾਂ ਤੂੰ ਕਾਹਦੇ ਵਾਸਤੇ ਕੀਤਾ ਸੀ? ਤੂੰ ਤੇ ਅੱਲਾਹ ਵਾਸਤੇ ਕੀਤਾ ਨਾ। ਤੇ ਅੱਲਾਹ ਜੇ ਅੱਲਾਹ ਵਾਸਤੇ ਕੀਤਾ ਤੇ ਫਿਰ ਕੋਈ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ। ਠੀਕ ਹੈ ਨਾ। ਬਸ ਇਹ ਹੀ ਗੱਲ ਹੈ। ਹੁਣ ਉਹ ਘਰ ਛੱਡਣ ਦਾ ਕਹਿ ਰਿਹਾ ਤਾਂ ਹਿਜਰਤ ਕਰੋ ਬਈ। ਕੋਈ ਕਿਹਦੇ ਵਾਸਤੇ ਕਰੀਏ? ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਵਾਸਤੇ ਕਰੀਏ ਤੇ ਫਿਰ ਉੱਥੇ ਜਾ ਕੇ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਕਹਿਣਗੇ ਸਾਨੂੰ ਘਰ ਵੀ ਦਿਓ, ਸਾਨੂੰ ਰਹਿਸ਼ ਵੀ ਦਿਓ, ਸਾਨੂੰ ਰੋਟੀ ਵੀ ਦਿਓ, ਸਾਡੀ ਬੀਵੀ ਉੱਥੇ ਰਹਿ ਗਈ ਹੈ, ਸਾਡੀ ਬੀਵੀ ਮੰਗਵਾ ਕੇ ਦਿਓ, ਸਾਡੇ ਬੱਚੇ ਉੱਥੇ ਰਹਿ ਗਏ, ਸਾਡੇ ਬੱਚੇ ਮੰਗਵਾ ਕੇ ਦਿਓ। ਹੈਂ? ਫਿਰ ਤਾਂ ਬੜਾ ਰੋਬ ਬਣੇਗਾ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ। ਹੈਂ? ਇਸ ਵਾਸਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕਿਸੇ ਨੂੰ ਕਿਹਾ ਨਹੀਂ ਵੀ ਮੇਰੇ ਵਾਸਤੇ ਹਿਜਰਤ ਕਰੋਗਾ, ਅੱਲਾਹ ਵਾਸਤੇ ਕਰੋ ਬਸ। ਤੇ ਫਰਮਾਇਆ व इन असाबतहु फितना, फिर अगर फितना आ गया, ਉਹ ਚੱਲਿਆ ਤਾਂ ਸੀ ਅੱਲਾਹ ਤਾਲਾ ਦਾ ਕਹਿਣਾ ਮੰਨ ਕੇ ਅੱਲਾਹ ਦੇ ਰਸਤੇ ਤੇ, ਆ ਗਿਆ ਫਿਤਨਾ, ਪਰਖ। ਫਿਤਨਾ ਪਰਖ ਨੂੰ ਵੀ ਕਹਿੰਦੇ ਆ। ਹੁਣ ਟੈਸਟ ਆ ਗਿਆ ਕਿ ਵਾਕਿਆ ਇਹ ਕੁਰਬਾਨੀ ਦੇ ਸਕਦਾ, ਇਹ ਜਾਨ ਮਾਲ ਇੱਜ਼ਤ ਆਬਰੂ ਸਭ ਕੁਝ ਕੁਰਬਾਨ ਕਰ ਸਕਦਾ ਅੱਲਾਹ ਵਾਸਤੇ? ਨਹੀਂ ਕਰ ਸਕਦਾ। ਅਜ਼ਮਾਇਸ਼ ਆ ਗਈ, ਪਰਖ ਆ ਗਈ। ਇਨ ਕਾਲਾ ਬਾਲਾ ਵਜੇ, ਇਨ ਕਾਲਾ ਬਾਲਾ ਵਜੇ, ਇਹ ਲਫ਼ਜ਼ ਵੀ ਉਦਾਂ ਹੀ ਆ, ਨੂਨ ਦੇ ਛੱਡ ਕੇ ਤੇ ਅਲਫ ਦੇ ਉੱਤੇ ਜ਼ਬਰ ਦੇ ਕੇ ਪੜ੍ਹਨਾ। ਸੌਰੀ, ਨੂਨ ਦੇ ਥੱਲੇ ਜਿਹੜਾ ਨਾ ਇਹ ਜ਼ੇਰ ਆਣੀ ਆ, ਸੌਰੀ ਇਹ ਊਨ ਥੱਲੇ ਜ਼ੇਰ ਆਣੀ ਆ। ਉੱਥੇ ਵੀ ਜ਼ੇਰ ਹੀ ਆਇਆ ਸੀ, ਇਤਮਾਨਾ ਬੇਹੀ ਆਇਆ ਸੀ ਨਾ। ਹਾਂ, ਇੱਥੇ ਵੀ ਜ਼ੇਰ ਹੀ ਆਉਣੀ ਆ ਨੂਨ ਥੱਲੇ। ਇਨ ਕਾਲਾ ਬਾਲਾ ਵਜੇ, ਤੇ ਫਿਰ ਮੁੜ ਗਿਆ ਆਪਣੇ ਪਿੱਛੇ, ਯਾਨੀ ਕੁਰਬਾਨੀ ਤੋਂ ਪਿੱਛੇ ਹਟ ਗਿਆ। ਇਹੋ ਹੀ ਚੀਜ਼ ਆ ਨਾ ਕਿ ਜਿੰਨਾ ਚਿਰ ਨਮਾਜ਼ ਜਿਹੜੀ ਹੈ, ਰੋਜ਼ਾ ਜਿਹੜਾ ਹੈ, ਜ਼ਿਕਰ ਅਜ਼ਕਾਰ ਜਿਹੜਾ ਹੈ, ਉਹ ਸਾਡੇ ਕਿਸੇ ਮਾਮਲੇ ਨੂੰ ਡਿਸਟਰਬ ਨਹੀਂ ਕਰਦਾ। ਮੈਂ ਸੂਦੀ ਕਾਰੋਬਾਰ ਕਰਦਾ ਔਰ ਮੈਂ ਨਾਲ ਨਮਾਜ਼ਾਂ ਵੀ ਪੜ੍ਹੀ ਜਾਂਦਾ, ਠੀਕ ਹੈ। ਜਾਂ ਤੁਸੀਂ ਐਸੇ ਆਲਮ ਕੋ ਜਾਂਦੇ ਹੋ, ਐਸੇ ਪੀਰ ਕੋ ਜਾਂਦੇ ਹੋ, ਤੁਸੀਂ ਸੂਦੀ ਕਾਰੋਬਾਰ ਵੀ ਕਰਦੇ ਹੋ ਔਰ ਆਲਮ ਤੁਹਾਨੂੰ ਸਾਰਾ ਨਮਾਜ਼ਾਂ ਦਾ ਹੀ ਜ਼ੋਰ ਦੇਈ ਜਾਂਦਾ, ਜ਼ਿਕਰ ਕਰਿਆ ਕਰੋ। ਹੈਂ? ਤੁਸੀਂ ਸਵੇਰੇ ਜਾ ਕੇ ਸੂਦ ਵਾਲੇ ਅੱਡੇ ਤੇ ਬਹਿੰਦੇ ਹੋ ਤੇ ਤਸਬੀਹ ਹੱਥ 'ਚ ਲੈ ਕੇ ਬਹਿ ਜਾਂਦੇ ਹੋ। ਹੈਂ? ਉਸੇ ਨਾਲ ਹੱਜ ਕਰ ਲੈਂਦੇ ਹੋ। ਤੇ ਇਹਨੂੰ ਛੱਡਣਾ ਗਵਾਰਾ ਨਹੀਂ। ਯਾਨੀ ਇਹ ਐਡਾ ਵੱਡਾ ਮਸਲਾ ਬਣ ਗਿਆ ਕਿ ਜਾਂ ਹੁਣ ਪੀਰ ਨੂੰ ਛੱਡ ਦੇਵਾਂਗੇ, ਉਸ ਆਲਮ ਦੇ ਪਿੱਛੇ ਜੁਮਾ ਪੜ੍ਹਨਾ ਛੱਡ ਦੇਵਾਂਗੇ ਜਿਹੜਾ ਇਹ ਤੋਂ ਮਨਾ ਕਰੇਗਾ ਜਾਂ ਇਹਨਾਂ ਰੋਕੇਗਾ। ਉਹ ਡਾਕਟਰ ਸਾਹਿਬ ਇੱਕ ਗੱਲ ਸੁਣਾ ਦਿੰਦੇ, ਉਹ ਕਹਿੰਦਾ ਕਿ ਇੱਕ ਦਫਾ ਮੈਨੂੰ ਕਿਤੇ ਕਿਸੇ ਜਗ੍ਹਾ ਤੇ ਨਾ ਕੁਛ ਬੰਦੇ ਮਿਲੇ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਜਿਹੜਾ ਨਾ ਉਹ ਬਹੁਤ ਅੱਛਾ ਜੁਮਾ ਪੜ੍ਹਾਉਂਦੇ ਬਾਗੇ ਜਿਨਾਹ 'ਚ, ਅਸੀਂ ਵੀ ਉੱਥੇ ਜੁਮਾ ਪੜ੍ਹਦੇ ਸੀ ਪਰ ਅੱਜ ਕੱਲ੍ਹ ਨਹੀਂ ਪੜ੍ਹਦੇ। ਡਾਕਟਰ ਸਾਹਿਬ ਨੇ ਕਿਹਾ ਯਾਰ ਮੈਂ ਅੱਛਾ ਪੜ੍ਹਾਉਂਦਾ ਸੀ ਤੇ ਤੁਸੀਂ ਅੱਜ ਕੱਲ੍ਹ ਕਿਉਂ ਨਹੀਂ ਪੜ੍ਹਦੇ? ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਸੀਂ ਹਰ ਦੂਸਰੇ ਤੀਸਰੇ ਜੁਮੇ ਉਹ ਹਦੀਸ ਸੁਣਾ ਦਿੰਦੇ ਹੋ ਕਿ ਜਿਹਨੇ ਸੂਦ ਦੇ ਵਿੱਚ ਮੁਬਤਲਾ ਹੋਇਆ ਤੇ ਉਹ ਇਸ ਤਰ੍ਹਾਂ ਦਾ ਗੁਨਾਹ ਵਾ ਕਿ ਜਿਵੇਂ ਆਪਦੀ ਮਾਂ ਦੇ ਨਾਲ ਗੁਨਾਹ ਕਰ ਲਿਆ। ਤੇ ਸਾਡੇ ਤੇ ਕਾਰੋਬਾਰ ਹੀ ਇੱਦਾਂ ਦੇ ਆ ਤੇ ਹੁਣ ਅਸੀਂ ਉੱਥੇ ਬੈਠ ਕੇ ਤੁਹਾਡੀਆਂ ਗਾਲਾਂ ਤਾਂ ਨਹੀਂ ਸੁਣ ਸਕਦੇ। ਯਾਨੀ ਇਹ ਜ਼ਾਹਰ ਹੈ ਵੀ ਦੋ ਗੱਲਾਂ ਨਾ, ਵੀ ਇੱਕ ਤਾਂ ਇਹ ਕਿ ਕੰਮ ਛੱਡ ਦਈਏ, ਦੂਸਰਾ ਇਹ ਹੈ ਕਿ ਤੁਹਾਡੇ ਕੋਲੋਂ ਇਹ ਗੱਲ ਸੁਣੀਏ ਕਿ ਅਸੀਂ ਆਪਦੀ ਮਾਂ ਨਾਲ ਜ਼ਨਾਹ ਕਰਦੇ ਹਾਂ। ਤੇ ਉਹ ਕਹਿੰਦੇ ਇਹ ਗਾਲਾਂ ਫਿਰ ਅਸੀਂ ਉੱਥੇ ਕਿੱਦਾਂ ਸੁਣੀਏ? ਠੀਕ ਹੈ ਨਾ। ਇਹ ਗੱਲ ਹੈ। ਜਿਸ ਵੇਲੇ ਤੱਕ ਤੇ ਕੰਮ ਹੈਗਾ ਸੌਖਾ, ਕੋਈ ਮਾੜੀ ਮੋਟੀ ਕੁਰਬਾਨੀ ਹੈ ਉਹ ਦੇ ਲਈ, ਲੇਕਿਨ ਕੋਈ ਕੁਰਬਾਨੀ ਐਸੀ ਵੀ ਹੁੰਦੀ ਹੈ ਜਿੱਥੇ ਆ ਕੇ ਫਿਰ ਬੰਦਾ ਕਹਿੰਦਾ ਇਸ ਦੀਨ ਤੋਂ ਹੀ ਮੈਂ ਉੱਦਾਂ ਹੀ ਚੰਗਾ।
ਇਨਕਲਬ ਅਲਾ ਵਜੇ, ਪਿੱਛੇ ਮੁੜ ਜਾਂਦਾ। ਖਾਸਿਰਤ ਦੁਨੀਆ ਵਲ ਆਖਿਰਾ, ਤੇ ਅੱਲਾ ਕਹਿੰਦਾ ਕੁਛ ਨਹੀਂ ਪਾਇਆ ਇਹਨੇ ਦੁਨੀਆ ਚ ਨਾ ਆਖਰਤ ਚ। ਇਹ ਜਿਹੜਾ ਜਿੰਨੀ ਦੇਰ ਰਿਹਾ, ਕੋ 5 ਸਾਲ 10 ਸਾਲ 20 ਸਾਲ ਇਹਨੇ ਜਿਹੜੀਆਂ ਨਮਾਜ਼ਾਂ ਪੜ੍ਹੀਆਂ, ਜਿਹੜੀਆਂ ਇਹਨੇ ਇਬਾਦਤਾਂ ਕੀਤੀਆਂ, ਜਿਹੜੇ ਇਹਨੇ ਜ਼ਿਕਰ ਜ਼ਕਾਰ ਕੀਤੇ ਆ ਨਾ, ਇਹਨਾਂ ਦਾ ਵੀ ਇਹਨੂੰ ਕੁਛ ਨਹੀਂ ਲੱਭਣਾ। ਇਹਨੇ ਜਿਹੜਾ ਮੰਨਿਆ ਨਾ ਉਹ ਵੀ ਅਸਲ ਦੇ ਵਿੱਚ, ਕਿਉਂਕਿ ਅੱਲਾ ਉਹਦੇ ਰਸੂਲ ਦੇ ਉੱਤੇ ਈਮਾਨ ਦਾ ਮਤਲਬ, ਜਾਂ ਕੁਰਾਨ ਦੇ ਉੱਤੇ ਈਮਾਨ ਦਾ ਮਤਲਬ ਇਹ ਹੈ ਕਿ ਅਸੀਂ ਗੈਰ ਮਸ਼ਰੂਤ ਤੌਰ ਦੇ ਉੱਤੇ ਅੱਲਾ ਉਹਦੇ ਰਸੂਲ ਦੀ ਹਰ ਗੱਲ ਮੰਨਾਂਗੇ। ਤੇ ਇਹ ਇਸ ਤੋਂ ਇਹ ਗਿਆ ਫਿਰ ਖਾਸਿਰਤ ਦੁਨੀਆ ਵਾਲਾ ਆਖਿਰਾ, ਕੁਛ ਨਹੀਂ ਲੱਭਣਾ ਇਹਨੂੰ ਦੁਨੀਆ ਚ ਨਾ ਆਖਰਤ। ਯਦਊ ਮਿਨ ਦੂਨਿल्लाह, ਔਰ ਇੱਥੇ ਮੈਂ ਇਹ ਗੱਲ ਦੱਸਾਂ, ਅੱਲਾ ਦੀ ਸਰਬੁਲੰਦੀ ਦੀ ਜਦੋਜਹਿਦ ਇਹ ਫਰਜ਼ ਹੈ। ਇਹ ਫਰਜ਼ ਹੈ। ਜਿੱਥੋਂ ਤੱਕ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਦੀਨ ਨੂੰ ਪਹੁੰਚਾਇਆ ਸੀ, ਉਹ ਫਰਜ਼ ਦਾ ਹੀ ਤਕਾਜ਼ਾ ਸੀਗਾ, ਕੋਈ ਨਫਲ ਨਹੀਂ ਸੀਗੇ। ਅਰਬ ਦੇ ਵਿੱਚੋਂ ਸ਼ਿਰਕ ਔਰ ਸ਼ਿਰਕ ਕਰਨ ਵਾਲਿਆਂ ਦਾ ਖਾਤਮਾ, ਅੱਲਾ ਦੀ ਹਕੂਮਤ ਦਾ ਕਿਆਮ, ਇਹ ਫਰਜ਼ ਸੀਗਾ। ਹੁਣ ਇਹ ਫਰਜ਼ ਉਮਤ ਤੇ ਆ, ਔਰ ਉਮਤ ਵਾਸਤੇ ਸਿਰਫ ਇੱਕ ਜਗ੍ਹਾ ਨਹੀਂ ਬਲਕਿ ਪੂਰੀ ਜ਼ਮੀਨ ਹੈ। ਹਾਂ, ਇਹ ਗੱਲ ਸਮਝ ਲਓ, ਇਹ ਜਿਹੜੇ ਲੋਕ ਆਮ ਤੌਰ ਦੇ ਉੱਤੇ ਆਪਣਾ ਮੁਲਕ ਛੱਡ ਕੇ ਤੇ ਦੂਸਰੇ ਮੁਲਕ ਜਾਂਦੇ ਆ, ਹੁਣ ਤਾਂ ਖੈਰ ਬਹੁਤ ਕੁਝ ਵਾਧੇ ਹੋ ਗਿਆ ਨਾ, ਕਿ ਤੁਸੀਂ ਇੱਥੋਂ ਛੱਡ ਕੇ ਜਿਹੜਾ ਨਾ ਉਹ ਕਸ਼ਮੀਰ ਜਾਂਦੇ ਰਹੇ। ਇਸ ਮੁਲਕ 'ਚ ਵੀ ਇਸਲਾਮ ਨਹੀਂ ਆਇਆ ਤੇ ਕਸ਼ਮੀਰ ਵੀ ਆਜ਼ਾਦ ਨਹੀਂ ਹੋਇਆ, ਕੋਈ ਹੋਰ ਕਿਤੇ ਭਜਦੇ ਰਹੇ। ਬਾਕੀ ਇਹ ਹੈ ਕਿ ਅਗਰ ਕੋਈ ਪੂਰੇ ਇਖਲਾਸ ਦੇ ਨਾਲ ਚਲਾ ਗਿਆ ਤਾਂ ਉਹਨੂੰ ਅੱਲਾ ਅਜਰ ਦੇਗਾ, ਲੇਕਿਨ ਜਿਹੜੇ ਸਮਝਣ ਸਮਝਾਉਣ ਵਾਲੇ, ਜਿਹੜੇ ਉਹਨਾਂ ਨੂੰ ਭੇਜਣ ਵਾਲੇ ਆ, ਉਹ ਘੱਟ ਨਹੀਂ ਹੈਗੇ। ਉਹਨਾਂ ਨੇ ਤਾਂ ਬਹੁਤ ਦੁਨੀਆ ਬਣਾਈ ਹੈ, ਉਹਨਾਂ ਨੇ ਤਾਂ ਦੁਨੀਆ ਦੀਆਂ ਮੌਜਾਂ ਲੁੱਟੀਆਂ, ਔਰ ਉਹਨਾਂ ਦੇ ਕਰੀਬੀ ਕੋਈ ਜਾ ਕੇ ਉੱਥੇ ਸ਼ਹੀਦ ਵੀ ਨਹੀਂ ਹੋਇਆ। ਉਹ ਤੇ ਕੋਈ ਕਿਸੇ ਦਾ ਕੋਈ ਪੁੱਤਰ ਧੱਕੇ ਨਾਲ ਚਲਾ ਗਿਆ ਹੋਏਗਾ, ਕਿਉਂਕਿ ਇੱਥੇ ਲੋਕਾਂ ਨੂੰ ਵਰਗਲਾਉਂਦੇ ਕਈ ਵਾਰੀ ਆਪਣੇ ਪੁੱਤਰ ਜਿਹੜੇ ਆ ਨਾ, ਉਹਨਾਂ ਨੂੰ ਵੀ ਉੱਥਲ ਆ ਜਾਂਦੀ ਹੈ ਨਾ, ਉਹ ਵੀ ਉੱਥੇ ਬੈਠੇ ਸੁਣਦੇ ਤੇ ਹੁੰਦੇ ਆ। ਇਹ ਮਾਸਟਰ ਖਾਲਦ ਹੈ ਨਾ, ਇਹ ਬਹੁਤ ਕਸ਼ਮੀਰ ਦਾ ਇਹ ਹੈ ਸੀਗਾ। ਉਹ ਹੁਣ ਜੁਮਾ ਪੜ੍ਹਾਉਂਦਾ ਹੁੰਦਾ ਸੀ, ਉਹਦੇ ਵਿੱਚ ਗੱਲਾਂ ਕਰਨੀਆਂ, ਆਪਣੇ ਪੁੱਤਰ ਨੇ ਵੀ ਸੁਣਨਾ, ਔਰ ਆਪਣਾ ਪੁੱਤਰ ਜਿਹੜਾ ਨਾ ਉਹ ਚਲਾ ਗਿਆ ਕਸ਼ਮੀਰ ਤੇ ਇੱਥੇ ਰੋਂਦਾ ਫਿਰੇ, ਤੇ ਫਿਰ ਪਤਾ ਨਹੀਂ ਕਿੱਦਾਂ ਉਹਨੂੰ ਵਾਪਸ ਬੁਲਾਇਆ, ਮਰਨ ਤੋਂ ਬਚਾਇਆ, ਸ਼ਹੀਦ ਹੋਣ ਤੋਂ ਬਚਾਇਆ, ਨਹੀਂ ਤੇ ਉਹ ਵੀ ਰਹਿਮਤੁल्लाह ਅਲੈਹ ਬਣਿਆ ਖੜਾ ਹੁੰਦਾ। ਠੀਕ ਹੈ ਨਾ। ਇਹ ਬਾਕੀ ਲੋਕਾਂ ਨੂੰ ਇਸ ਤਰ੍ਹਾਂ ਬਣਾਉਂਦੇ ਸੀ। ਹੁਣ ਨਾ ਕਸ਼ਮੀਰ ਆਜ਼ਾਦ ਹੋਇਆ ਤੇ ਨਾ ਪਾਕਿਸਤਾਨ ਦੇ ਵਿੱਚ ਇਸਲਾਮ ਆਇਆ। ਇਹ ਸਾਜ਼ਿਸ਼ਾਂ ਹੁੰਦੀਆਂ ਵਾ। ਲਿਹਾਜ਼ਾ ਇਹ ਸਮਝ ਲਓ, ਅਗਰ ਅਸੀਂ ਇੱਥੇ ਇਸਲਾਮ ਨਾਫਜ਼ ਕਰ ਲਈਏ, ਇਸ ਮੁਲਕ ਦੇ ਵਿੱਚ ਅੱਲਾ ਦੀ ਹਕੂਮਤ ਕਾਇਮ ਕਰ ਲਈ। ਹੁਣ ਅਸੀਂ ਅੱਜ ਕਹਿੰਦੇ ਆ ਜੀ ਫੌਜ ਐਟਮ ਬੰਬ ਕਿਉਂ ਨਹੀਂ ਚਲਾਉਂਦੀ? ਬਈ ਜਦੋਂ ਇੱਥੇ ਅਸੀਂ ਕੋਸ਼ਿਸ਼ ਕਰਕੇ ਉਹ ਦੀਨ ਲੈ ਆਵਾਂਗੇ ਤੇ ਆਪੇ ਫਿਰ ਉਹ ਫੌਜ ਚਲਾ ਲੈਗੀ। ਹੁਣ ਤੁਸੀਂ ਇੱਥੋਂ ਭੱਜ ਕੇ ਜਾਓਗੇ ਕਿਸੇ ਪਾਸੇ, ਔਰ ਜਿਹੜਾ ਨਾ ਉਹ ਫਿਰ ਜ਼ਾਹਿਰ ਗੱਲ ਹੈ ਅੱਗੋਂ ਵੀ ਤੁਹਾਨੂੰ ਮਾਰ ਪੈਣੀ ਹੈ, ਪਿੱਛੋਂ ਵੀ ਪੈਣੀ ਹੈ। ਬਹਰਹਾਲ ਇਹ ਸੈਂਸਿਟਿਵ ਇਸ਼ੂ ਹੈ, ਲੇਕਿਨ ਇਹ ਸਮਝ ਲਓ ਸਭ ਤੋਂ ਪਹਿਲੇ ਤਾਂ ਹਿਜਰਤ ਹੈਗੀ ਆ, ਲੇਕਿਨ ਹਿਜਰਤ ਫਿਰ ਇੱਦਾਂ ਨਹੀਂ। ਹਿਜਰਤ ਇੱਦਾਂ ਵਾ ਜਿੱਦਾਂ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕੀਤੀ ਹੈ, ਕਿ ਫਿਰ ਮੁੜ ਕੇ ਆਪ ਦੀ ਕਬਰ ਸ਼ਰੀਫ ਵੀ ਮਦੀਨੇ 'ਚ ਹੀ ਬਣੀ ਆ ਜਿੱਥੇ ਹਿਜਰਤ ਕੀਤੀ ਆ। ਹਾਂ, ਚਲੇ ਜਾਓ ਕਸ਼ਮੀਰ, ਫਿਰ ਤੁਹਾਡੀ ਕਬਰ ਉੱਥੇ ਹੀ ਬਣਨੀ ਚਾਹੀਦੀ ਹੈ। ਫਿਰ ਮੁੜ ਕੇ ਇੱਥੇ ਰਿਸ਼ਤੇ 2 ਹਫ਼ਤੇ ਬਾਅਦ ਆ ਜਾਣਾ, 2 ਮਹੀਨੇ ਬਾਅਦ ਆ ਜਾਣਾ ਜੀ, ਹੁਣ ਮੈਂ ਅਸੀਂ ਇੱਥੇ ਮਿਲਣ ਆਏ ਹਾਂ ਰਿਸ਼ਤੇਦਾਰਾਂ ਨੂੰ। ਠੀਕ ਹੈ ਨਾ। ਫਿਰ ਜਾਓ, ਉੱਥੇ ਹੀ ਕਬਰ ਬਣ ਜਾਵੇ ਫਿਰ ਤੁਹਾਡੀ। ਫਿਰ ਤਾਂ ਹਿਜਰਤ ਹੈ। ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਦੇਖੋ ਨਾ, ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਸਹਾਬਾ ਦੇਖੋ, ਕਿੰਨੇ ਸਹਾਬਾ ਜਿਹੜੇ ਫਿਰ, ਹਾਲਾਂਕਿ ਮੱਕੇ ਦੇ ਵਿੱਚ ਲੱਖ ਲੱਖ ਨਮਾਜ਼ ਦਾ ਸਵਾਬ ਮਿਲਦਾ ਸੀ, ਕਿੰਨੇ ਆਏ ਆ ਫਿਰ ਆ ਕੇ ਇੱਥੇ ਉਹਨਾਂ ਨੇ ਰਿਹਾਇਸ਼ਾਂ ਰੱਖ ਲਈਆਂ ਫਿਰ ਮੁੜ ਕੇ। ਹਾਲਾਂਕਿ ਇਹ ਤਾਂ ਪਿਓ ਦਾਦੇ ਦਾ ਘਰ ਸੀ, ਉਹਨਾਂ ਦਾ ਆਬਾਈ ਘਰ ਸੀਗਾ ਨਾ, ਆ ਜਾਂਦੇ।
हिजरत ਤਾਂ ਇਹ ਸਬਕ ਦਿੰਦੀ ਆ ਫਿਰ ਵੀ ਜੇ ਤੁਸੀਂ ਅਖੀਰ ਹੀ ਸਮਝ ਗਏ ਹੋ ਕਿ ਪਾਕਿਸਤਾਨ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਤੇ ਫਿਰ ਪਾਕਿਸਤਾਨ 'ਚ ਚਲੇ ਜਾਓ, ਅਫਗਾਨਿਸਤਾਨ ਚਲੇ ਜਾਓ, ਕਸ਼ਮੀਰ ਚਲੇ ਜਾਓ, ਫਲਸਤੀਨ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਉੱਥੇ ਜਾ ਕੇ ਰਹੋ ਜੇ ਤੁਸੀਂ ਸਮਝਦੇ ਹੋ ਵੀ ਉੱਥੇ। ਹਾਂ ਇੱਥੇ ਰਹੋ, ਇੱਥੇ ਰਹੋ ਤੇ ਕੰਮ ਨਾ ਕਰੋ ਤੇ ਤੁਸੀਂ ਹੈਗੇ ਹੋ ਮੁਜਰਮ। ਅੱਲਾ ਦੇ ਦੀਨ ਦੀ ਸਰਬੁਲੰਦੀ ਦੀ ਜੱਦੋ ਜੋਹਦ ਨਹੀਂ ਕਰਦੇ ਤੇ ਤੁਸੀਂ ਮੁਜਰਮ ਹੋ। ਇਹ ਸਮਝ ਲਓ ਜੱਦੋ ਜੋਹਦ ਦਾ ਮਤਲਬ ਇਹ ਨਹੀਂ ਕਿ ਸਵੇਰੇ ਉੱਠ ਕੇ ਤੁਸੀਂ ਜਿਹੜਾ ਨਾ ਉਹ ਇੱਥੇ ਕੋਈ ਬੰਦੂਕ ਚੱਕ ਕੇ ਖੜੇ ਹੋ ਜਾਓ। ਇਹ ਕੰਮ ਉੱਥੋਂ ਹੀ ਹੋਣਾ ਜਿੱਥੋਂ ਮੁਹੰਮਦ ਰਸੂਲullah सल्लल्लाहु अलैहि वसल्लम ने ਕੀਤਾ ਹੈ। हुवल्लज़ी बाअसा फिल उम्मिय्यीना रसूलन मिनहुम यतलू अलैहिम आयातिही व युज़क्कीहिम व युअल्लिमुहुमुल किताब वल हिकमा। ਇਹ ਕਿਤਾਬ ਕੁਰਾਨ ਇਹਨੂੰ ਪਹਿਲਾਂ ਤਾਂ ਲੋਕਾਂ ਦੇ ਵਿੱਚ ਆਮ ਕਰੋ, ਉਹਨਾਂ ਦੀ ਜ਼ਬਾਨ ਦੇ ਵਿੱਚ ਆਮ ਕਰੋ, ਉਹਨਾਂ ਤੱਕ ਇਹ ਪੈਗਾਮ ਪਹੁੰਚਾਓ, ਉਹਨਾਂ ਨੂੰ ਇਹ ਅਹਿਸਾਸ ਹੋਵੇ, ਉਹਨਾਂ ਦੇ ਵਿੱਚੋਂ ਹੀ ਫਿਰ ਲੋਕ ਉੱਠਣਗੇ। ਔਰ ਇਹ ਕੋਈ ਇੱਕ ਪਹਿਲੂ ਨਹੀਂ ਇਹਦਾ ਹੈਗਾ। ਇਹ ਗੱਲ ਸਮਝ ਲਓ ਜਿਹੜੇ ਵੋਟ ਵੀ ਜਾ ਕੇ ਦਿੰਦੇ ਆ ਨਾ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਨਹੀਂ ਪਤਾ। ਗੱਲਾਂ ਤੇ ਕਮ ਅਜ਼ ਕਮ ਪਹੁੰਚਾਓ ਨਾ। ਤੁਸੀਂ ਪਹੁੰਚਾਉਂਦੇ ਹੋ ਮਸਲਕ, ਬਰੇਲਵੀ ਆਪਣਾ ਮਸਲਕ, ਦਿਓਬੰਦੀ ਆਪਣਾ ਮਸਲਕ, ਅਹਿਲੇ ਹਦੀਸ ਆਪਣਾ ਮਸਲਕ, ਸ਼ੀਆ ਆਪਣਾ ਮਸਲਕ। ਇਹ ਜ਼ਿੰਮੇਵਾਰੀ ਜਿਹੜੀ ਹੈ ਕੁਰਾਨ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਤਾਂ ਕਿਸੇ ਨੇ ਵੀ ਨਹੀਂ ਲਈ ਆਪਣੇ